ਵਾਹਿਗੁਰੂ। ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਜੇਤਾ ਜੀਉ ਪਿੰਡ ਸਭ ਤੇਰਾ, ਤੂੰ ਅੰਤਰਜਾਮੀ ਪੁਰਖ ਭਗਵਾਨ। ਦਾਸਣ ਦਾਸ ਕਹਿ ਜਨ ਨਾਨਕ, ਜਿਹਾ ਤੂੰ ਕਰਾਹੇ ਤਿਹਾ ਕਰੀ ਵਖਿਆਣ। ਸੁਖ ਟਲ ਗੁਰ ਸੇਵੀਐ, ਅਹਨਸ ਸਹਿਜ ਸੁਭਾਏ। ਦਰਸ਼ਨ ਪਰਸੈ ਗੁਰੂ ਕੈ, ਜਨਮ ਮਰਨ ਦੁਖ ਜਾਏ। ਹੋਵੈ ਸਿਫਤ ਖਸਮ ਦੀ, ਨੂਰ ਅਰਸੋਂ ਪੁਰਸੋਂ ਚੱਟੀਐ। ਤੁਧ ਡਿਠੇ ਸੱਚੇ ਪਾਤਸ਼ਾਹ, ਮਲ ਜਨਮ ਜਨਮ ਦੀ ਕੱਟੀਐ। ਸੱਜਣ ਸੱਚਾ ਪਾਤਸ਼ਾਹ, ਸਿਰ ਸ਼ਾਹ ਦੇ ਸ਼ਾਹ। ਜਿਸ ਪਾਸ ਬੈਠਿਆ ਸੋਹੀਐ, ਸਭਨਾ ਦਾ ਵੇਸਾ। ਸੱਜਣ ਸੱਚਾ ਪਾਤਸ਼ਾਹ, ਸਿਰ ਸ਼ਾਹ ਦੇ ਸ਼ਾਹ। ਜਿਸ ਪਾਸ ਬੈਠਿਆ ਸੋਹੀਐ, ਸਭਨਾ ਦਾ ਵੇਸਾ। ਵਾਹਿਗੁਰੂ ਸਾਹਿਬ ਜੀ। ਆਸਾੜ ਤਪੰਦਾ ਤਿਸ ਲੱਗੈ, ਹਰ ਨਾਹੋ ਨ ਜਿਨਾ ਪਾਸ। ਜਗ ਜੀਵਨ ਪੁਰਖ ਤਿਆਗ ਕੈ, ਮਾਨਸ ਸੰਧੀ ਆਸ। ਆਸਾੜ ਤਪੰਦਾ ਤਿਸ ਲੱਗੈ, ਹਰ ਨਾਹੋ ਨ ਜਿਨਾ ਪਾਸ। ਜਗ ਜੀਵਨ ਪੁਰਖ ਤਿਆਗ ਕੈ, ਮਾਨਸ ਸੰਧੀ ਆਸ। ਦੁਐ ਭਾਏ ਵਿਗੁਚੀਐ, ਗਲ ਪਈਸ ਜਮ ਕੇ ਫਾਸ। ਜਿਹਾ ਬੀਜੈ ਸੋ ਲੁਣੈ, ਮੱਥੈ ਜੋ ਲਿਖਿਆਸ। ਰਹਿਣ ਵਿਹਾਣੀ ਪਛਤਾਣੀ, ਉੱਠ ਚੱਲੇ ਗਏ ਨਿਰਾਸ। ਜਿਨ ਕੋ ਸਾਧੂ ਭੇਟੀਐ, ਸੋ ਦਰਗਾਹ ਹੋਏ ਖਲਾਸ। ਕਰ ਕਿਰਪਾ ਪ੍ਰਭ ਆਪਣੀ, ਤੇਰੇ ਦਰਸ਼ਨ ਹੋਏ ਪਿਆਸ। ਪ੍ਰਭ ਤੁਧ ਬਿਨ ਦੂਜਾ ਕੋ ਨਹੀਂ, ਨਾਨਕ ਕੀ ਅਰਦਾਸ। ਆਸਾੜ ਸੁਹੰਦਾ ਤਿਸ ਲੱਗੈ, ਜਿਸ ਬਨ ਹਰ ਚਰਨ ਨਿਵਾਸ। ਪ੍ਰਭ ਤੁਧ ਬਿਨ ਦੂਜਾ ਕੋ ਨਹੀਂ, ਨਾਨਕ ਕੀ ਅਰਦਾਸ। ਆਸਾੜ ਸੁਹੰਦਾ ਤਿਸ ਲੱਗੈ, ਜਿਸ ਮਨ ਹਰ ਚਰਨ ਨਿਵਾਸ। ਵਾਹਿਗੁਰੂ ਜੀ ਕਾ ਖਾਲਸਾ,
ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਸਤਿਗੁਰੂ ਚਵਰ ਛਤਰ ਤਖਤ ਦੇ ਮਾਲਕ ਹਾਜ਼ਰਾ ਹਜੂਰ ਜ਼ਾਹਰਾ ਜ਼ਹੂਰ ਸ਼ਬਦ ਗੁਰੂ ਜੁਗੋਂ ਜੁਗ ਅਟਲ ਸਤਿਗੁਰੂ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਜੁੜ ਬੈਠੇ ਸਤਸੰਗੀ ਜਨੋ, ਆਪ ਜੀ ਵੱਡੇ ਭਾਗਾਂ ਵਾਲੇ ਹੋ ਜੋ ਸਤਿਕਾਰਯੋਗ ਧੰਨ ਮਾਤਾ ਰਾਜ ਕੌਰ ਜੀ ਦੇ ਪਾਵਨ ਅਸਥਾਨ ਗੁਰਦੁਆਰਾ ਮੰਜੀ ਸਾਹਿਬ ਵਿਖੇ ਅੱਜ ਅੰਮ੍ਰਿਤ ਵੇਲੇ ਤੋਂ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਮਨਾਉਂਦਿਆਂ ਹੋਇਆਂ ਸੰਗਰਾਮ ਦੇ ਦਿਹਾੜੇ 'ਤੇ ਹਾਜ਼ਰੀਆਂ ਭਰ ਰਹੇ ਹੋ। ਸਭ ਤੋਂ ਪਹਿਲੋਂ ਸਾਰੀਆਂ ਸਿੱਖ ਸੰਗਤਾਂ ਨੂੰ ਸਤਿਗੁਰੂ ਜੀ ਦੇ ਪ੍ਰਕਾਸ਼ ਦਿਹਾੜੇ ਦੀਆਂ ਲੱਖ ਲੱਖ ਵਧਾਈਆਂ। ਔਰ ਸਤਿਗੁਰੂ ਧੰਨ ਗੁਰੂ ਗ੍ਰੰਥ ਸਾਹਿਬ ਦੇ ਚਰਨਾਂ ਵਿੱਚ ਜਿੱਥੇ ਹਰ ਮਹੀਨੇ ਆਪਾਂ ਆ ਕੇ ਅਰਦਾਸਾਂ ਬੇਨਤੀਆਂ ਜੋਦੜੀਆਂ ਕਰਕੇ ਜਾਂਦੇ ਹਾਂ, ਉੱਥੇ ਸਤਿਗੁਰੂ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਹਰ ਮਹੀਨੇ ਦੇ ਰਾਹੀਂ ਸਾਨੂੰ ਉਪਦੇਸ਼ ਬਖਸ਼ਿਸ਼ ਕਰਦੇ ਨੇ ਕਿ ਸਿੱਖਾ, ਤੇਰੇ ਮਨ ਦੀ ਭਾਵਨਾ, ਤੇਰੇ ਮਨ ਦੀ ਕਾਮਨਾ ਜ਼ਰੂਰ ਪੂਰੀ ਹੋਵੇਗੀ, ਪਰ ਇਹ ਜਿਹੜੇ ਬਚਨ ਨੇ, ਇਹ ਜਿਹੜੇ ਬੋਲ ਨੇ, ਇਹਨਾਂ ਨੂੰ ਸੁਣ ਕੇ ਜਾਈ। ਔਰ ਇਕੱਲਾ ਸੁਣ ਕੇ ਨਹੀਂ, ਜੀਵਨ ਵਿੱਚ ਕਮਾ ਵੀ ਲਈ। ਸਤਿਗੁਰੂ ਜੀ ਨੇ ਜੋ ਉਪਦੇਸ਼ ਦਿੱਤਾ ਹੈ, ਸ਼ਬਦ ਦੇ ਅੱਖਰ, ਅੱਖਰੀ ਅਰਥ, ਭਾਵ ਅਰਥ ਅਤੇ ਛੇਵੇਂ ਪਾਤਸ਼ਾਹ ਜੀ ਦੇ ਪ੍ਰਕਾਸ਼ ਦਿਹਾੜੇ ਸੰਬੰਧੀ ਕੁਝ ਕੁ ਵਿਚਾਰ ਆਪ ਜੀ ਨਾਲ ਸਾਂਝੀਆਂ ਕਰਨੀਆਂ ਨੇ। ਆਓ ਵਿਚਾਰ ਆਰੰਭਣ ਤੋਂ ਪਹਿਲਾਂ ਅਸੀਸ ਬਖਸ਼ਿਸ਼ ਕਰੋ, ਰਸਨਾ ਨੂੰ ਕਰੋ ਪਵਿੱਤਰ। ਜਿਤਨੇ ਵੀ ਜੁੜ ਬੈਠੇ ਹੋ ਲਵਾਓ ਹਾਜ਼ਰੀ ਸਾਰੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਸਾੜ ਤਪੰਦਾ ਤਿਸ ਲੱਗਾ, ਹਰ ਨਹਾ ਨ ਜਿਨ੍ਹਾਂ ਪਾਸ। ਆਸਾੜ ਦੇ ਮਹੀਨੇ ਰਾਹੀਂ ਸਤਿਗੁਰੂ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਉਪਦੇਸ਼ ਬਖਸ਼ਿਸ਼ ਕਰਦੇ ਨੇ ਕਿ ਆਸਾੜ ਦਾ ਮਹੀਨਾ ਤਪਦਾ ਹੈ ਔਰ ਹੱਦ ਤੋਂ ਜ਼ਿਆਦਾ ਤਪਦਾ ਹੈ। ਪਰ ਗੁਰੂ ਸਾਹਿਬ ਜੀ ਕਹਿੰਦੇ ਨੇ ਤਪਦਾ ਉਹਨਾਂ ਦੇ ਲਈ ਹੈ, ਤਪਦਾ ਹੋਇਆ ਮਹਿਸੂਸ ਉਹਨਾਂ ਨੂੰ ਹੁੰਦਾ ਹੈ ਕਿ ਹਰ ਨਾਹ ਨ ਜਿਨ੍ਹਾਂ ਪਾਸ, ਜਿਨ੍ਹਾਂ ਦੇ ਕੋਲ ਹਰੀ ਪਰਮਾਤਮਾ ਅਕਾਲ ਪੁਰਖ ਵਾਹਿਗੁਰੂ ਦਾ ਨਾਮ ਨਹੀਂ। ਔਰ ਅੱਜ ਸਤਿਗੁਰੂ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਦਾ ਪਾਵਨ ਹੁਕਮਨਾਮਾ ਵੀ ਇਹੀ ਹੈ ਕਿ ਹਰ ਬਿਸਰਤ ਸਦਾ ਖੁਆਰੀ। ਔਰ ਨਾਲ ਹੀ ਦੂਸਰਾ ਬਚਨ ਕਰਦੇ ਨੇ, ਤਾਕੋ ਧੋਖਾ ਕਹਾ ਬਿਆਪੈ, ਜਾ ਕੋ ਓਟ ਤੁਹਾਰੀ। ਵਿਛੜਿਆ ਹੋਇਆਂ ਨੂੰ ਦੁੱਖ ਹੈ ਔਰ ਵਿਛੜਿਆ ਹੋਇਆਂ ਨੂੰ ਆਸਾੜ ਦਾ ਇਹ ਮਹੀਨਾ ਜਿਹੜਾ ਹੋਰ ਜ਼ਿਆਦਾ ਤਪਾਉਂਦਾ ਹੈ। ਦੇਖੋ, ਬਾਹਰ ਦੀ ਤਪਸ਼ ਤੋਂ ਬਚਣ ਲਈ ਬੰਦਾ ਬੜੇ ਯਤਨ ਕਰਦਾ ਹੈ। ਔਰ ਜੇਠ ਦੇ ਮਹੀਨੇ ਦੇ ਵਿੱਚ ਆਪਾਂ ਸਾਂਝੇ ਕੀਤੇ ਸਨ। ਗੁਰੂ ਸਾਹਿਬ ਜੀ ਨੇ ਕਿਰਪਾ ਕੀਤੀ, ਬਾਹਰਲੀਆਂ ਤਪਸ਼ਾਂ ਤੋਂ, ਬਾਹਰਲੀ ਗਰਮੀ ਤੋਂ ਬੰਦਾ ਬਚ ਸਕਦਾ ਹੈ, ਯਤਨ ਕਰਕੇ ਬਚਿਆ ਜਾ ਸਕਦਾ ਹੈ। ਪਰ ਅੱਜ ਸਮਝਾਉਂਦੇ ਨੇ ਕਿ ਬਾਹਰੋਂ ਯਤਨ ਜਿੰਨੇ ਮਰਜ਼ੀ ਕਰੀਏ, ਪਰ ਜਿਹੜਾ ਅੰਦਰ ਤਪਦਾ ਹੋਇਆ ਨਾ, ਜਿਨ੍ਹਾਂ ਦੇ ਅੰਦਰ ਨਾਮ ਨਹੀਂ ਤੇ ਅੰਦਰ ਦੀ ਤਪਸ਼ ਹੈ, ਉਹ ਬਾਹਰਲੇ ਯਤਨਾਂ ਕਰਕੇ ਕਦੇ ਠੰਡੀ ਹੋਣੀ ਨਹੀਂ। ਹੁਣ ਸਤਿਗੁਰੂ ਜੀ ਨੇ ਅੱਜ ਪਾਵਨ ਕਿਰਪਾ ਕੀਤੀ। ਆਸਾੜ ਤਪੰਦਾ, ਤਪੰਦਾ ਬੜਾ ਤਪਦਾ ਹੈ, ਅੱਗ ਹੈ, ਨਿਰੀਓ ਅੱਗ ਪੈ ਰਹੀ ਹੈ। ਔਰ ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਨੇ ਕਿਰਪਾ ਕਰਕੇ ਸਾਨੂੰ ਸਮਝਾਇਆ ਕਿ ਅੱਗ ਵੀ ਕੇਵਲ ਇੱਕ ਬਾਹਰ ਬਲਦੀ ਹੋਈ ਅੱਗ ਨਹੀਂ, ਅੱਗ ਕਈ ਤਰ੍ਹਾਂ ਦੀ ਹੈ। ਔਰ ਪਾਵਨ ਬਚਨ ਜਪਜੀ ਸਾਹਿਬ ਦੇ ਵਿੱਚ ਆਪਾਂ ਪੜ੍ਹਦੇ ਹਾਂ ਕਿ ਕਿਤੇ ਪਵਨ ਪਾਣੀ ਬੈਸੰਤਰ, ਕਿਤੇ ਬੈਸੰਤਰ ਅੱਗ। ਹੁਣ ਕਿਤੇ ਦਾ ਅਰਥ ਹੈ ਕਿ ਕਈ ਤਰ੍ਹਾਂ ਦੀ, ਹੋ ਸਕਦਾ ਕਿ ਇੰਨੀ ਕੁ ਤਰ੍ਹਾਂ ਦੀ ਜਿੰਦੀ ਮਨੁੱਖ ਨੂੰ ਹਜੇ ਸਮਝ ਲੱਗੀ ਵੀ ਨਾ ਹੋਵੇ, ਪਰ ਚਾਰ ਕੁ ਤਰ੍ਹਾਂ ਦੀ ਅੱਗ ਤੇ ਮਨੁੱਖ ਵੀ ਜਾਣਦਾ ਹੈ।
ਸਾਇੰਸ ਵੀ ਮੰਨਦੀ ਹੈ, ਧਾਰਮਿਕ ਮਨੋਵਿਗਿਆਨੀ ਵੀ ਮੰਨਦੇ ਨੇ ਕਿ 4 ਤਰ੍ਹਾਂ ਦੀ ਅੱਗ ਤੇ ਬਾਹਰ ਦੀ ਵੀ ਮੰਨੀ ਜਾਂਦੀ ਹੈ। ਭਾਵੇਂ ਇੱਕ ਬਲਦੀ ਹੋਈ ਅੱਗ ਜਿਹੜੀ ਚੁੱਲ੍ਹੇ 'ਚ ਭੱਠੀ 'ਚ ਬਲਦੀ ਹੈ, ਇੱਕ ਅੱਗ ਉਹ ਹੈ ਜਿਹੜੀ ਅੱਜ ਕੱਲ੍ਹ ਦੇ ਦਿਨਾਂ 'ਚ ਬਹੁਤੀ ਲੱਗਦੀ ਜੰਗਲਾਂ ਵਿੱਚ, ਦਾਵਾ ਗਣ ਕਿਹਾ ਜਾਂਦਾ ਹੈ। ਤੀਜੀ ਤਰ੍ਹਾਂ ਦੀ ਅੱਗ ਉਹ ਹੈ ਜਿਹੜੀ ਸਮੁੰਦਰ ਵਿੱਚ ਵੀ ਲੱਗ ਜਾਂਦੀ ਹੈ, ਔਰ ਪਰਮੇਸ਼ਰ ਦੀ ਖੇਡ ਹੈ, ਪਾਣੀ ਦੇ ਵਿੱਚ ਸਮੁੰਦਰ ਦੇ ਵਿੱਚ ਅੱਗ ਲੱਗਦੀ ਹੈ, ਬੜਵਾ ਅੱਗ ਕਿਹਾ ਜਾਂਦਾ ਹੈ। ਇੱਕ ਚੌਥੀ ਤਰ੍ਹਾਂ ਦੀ ਅੱਗ ਪੇਟ ਦੀ ਅੱਗ ਵੀ ਹੈ, ਉਹ ਅੱਗ ਜਿਹੜੇ ਸਾਡੇ ਖਾਧੇ ਹੋਏ ਭੋਜਨ ਨੂੰ ਪਚਾਉਂਦੀ ਹੈ, ਔਰ ਜਿਹਨੂੰ ਗੁਰੂ ਸਾਹਿਬ ਜੀ ਨੇ ਪਾਵਨ ਬਚਨ ਬਾਣੀ ਵਿੱਚ ਵੀ ਕਹੇ ਨੇ, ਔਰ ਵਿਦਵਾਨਾਂ ਦਾ ਵੀ ਮੰਨਣਾ ਇਸ ਅੱਗ ਨੂੰ ਕਿਹਾ ਗਿਆ ਹੈ ਜਠਰਗਨ। ਪਰ ਇਹ ਤੇ 4 ਕੁ ਤਰ੍ਹਾਂ ਦੀ ਅੱਗ ਲੋਕਾਂ ਨੇ ਮੰਨੀ, ਵਿਦਵਾਨਾਂ ਨੇ ਮੰਨੀ, ਧਾਰਮਿਕ ਲੋਕਾਂ ਨੇ ਮੰਨੀ। ਪਰ ਸਤਿਗੁਰੂ ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਕਹਿੰਦੇ ਨੇ ਵੀ ਅੱਗ ਇੰਨੀ ਕੁ ਨਹੀਂ, ਇਹ ਤੇ ਬਾਹਰ ਦੀ ਅੱਗ ਹੈ। ਕਦੇ ਆਪਣੇ ਅੰਦਰ ਝਾਤ ਮਾਰ, ਅੰਦਰ ਤੇ ਅੱਗ ਦੀਆਂ ਨਦੀਆਂ ਭਰ ਭਰ ਕੇ ਵਗ ਰਹੀਆਂ ਨੇ। ਔਰ 4 ਤਰ੍ਹਾਂ ਦੀ ਅੱਗ ਦਾ ਗੁਰੂ ਸਾਹਿਬ ਨੇ ਬਚਨ ਵਰਣਨ ਕੀਤਾ ਹੈ। ਹੰਸ ਹੇਤ ਲੋਭ ਕੋਪ, ਚਾਰੇ ਨਦੀਆਂ ਅੱਗ। ਇਹ ਚਾਰੇ ਨਦੀਆਂ ਨੇ ਹੰਸ। ਵੈਸੇ ਗੁਰਬਾਣੀ ਦੇ ਵਿੱਚ ਹੰਸ ਕਈ ਪ੍ਰਕਰਨਾਂ ਦੇ ਵਿੱਚ ਆਏ, ਔਰ ਹਰ ਥਾਂ ਤੇ ਹੰਸ ਦਾ ਅਰਥ ਇੱਕੋ ਹੀ ਨਹੀਂ ਹੁੰਦਾ। ਅਰਥ ਜਿਹੜਾ ਪ੍ਰਕਰਨ ਦੇ ਹਿਸਾਬ ਨਾਲ ਬਦਲਦਾ ਹੈ, ਔਰ ਗੁਰਬਾਣੀ ਦਾ ਉਚਾਰਨ ਜਿਹੜਾ ਹੈ ਉਹ ਅਰਥ ਦੇ ਹਿਸਾਬ ਨਾਲ ਕਈ ਵਾਰੀ ਬਦਲ ਜਾਂਦਾ ਹੈ। ਹੁਣ ਹੰਸ ਸ਼ਬਦ ਜਿਹੜਾ ਹੈ ਜੀਵਾਤਮਾ ਨੂੰ ਵੀ ਵਰਤਿਆ ਗਿਆ, ਔਰ ਹੰਸ ਗੁਰਬਾਣੀ ਦੇ ਵਿੱਚ ਜਪਣ ਵਾਲਿਆਂ ਨੂੰ ਵੀ ਕਿਹਾ। ਇਹ ਹੰਸ ਸ਼ਬਦ ਆਮ ਹੰਸ ਵਰਤਿਆ ਜਾਂਦਾ ਜਿਹੜਾ ਮਾਨ ਸਰੋਵਰ ਤੇ ਰਹਿੰਦਾ ਹੈ, ਪਰ ਇੱਥੇ ਹੰਸ ਦਾ ਅਰਥ ਹੈ ਹਿੰਸਾ। ਕਿਸੇ ਤੇ ਹਿੰਸਾ ਕਰਨੀ, ਉਹ ਹੱਥ ਨਾਲ ਕਰਨੀ ਹੋਵੇ ਚਾਹੇ ਜ਼ਬਾਨ ਨਾਲ ਕਰਨੀ ਹੋਵੇ। ਉਰੇ ਤੇ ਨਦੀ ਦੀ ਅੱਗ ਦੀ ਨਦੀ ਜਿਹੜੀ ਭਰ ਕੇ ਸਭ ਦੇ ਵਿੱਚ ਚੱਲਦੀ ਹੈ ਨਾ ਜੀ। ਹਰ ਕੋਈ ਹਿੰਸਾ ਕਰਦਾ ਹੀ ਹੈ, ਔਰ ਆਪਣੇ ਤੋਂ ਮਾੜੇ ਦੇ ਤੇ ਬਹੁਤੀ ਕਰਦਾ ਹੈ। ਹੱਥਾਂ ਨਾਲ ਨਾ ਕਰੇ ਪਰ ਜ਼ਬਾਨ ਨਾਲ ਕਰਦਾ ਹੈ। ਔਰ ਦੂਸਰੀ ਤਰ੍ਹਾਂ ਦੀ ਅੱਗ ਹੈ ਹੇਤ, ਬਸ ਆਪਣਾ ਹੀ ਹੇਤ ਅੱਗੇ ਰੱਖਣਾ, ਭਾਵੇਂ ਦੂਸਰੇ ਦਾ ਸਾਰਾ ਕੁਝ ਬਰਬਾਦ ਹੋ ਜਾਏ, ਮੇਰਾ ਨਹੀਂ ਵਿਗੜਨਾ ਚਾਹੀਦਾ। ਇਹ ਵੀ ਇੱਕ ਅੱਗ ਹੀ ਹੈ। ਔਰ ਗੁਰੂ ਸਾਹਿਬ ਜੀ ਕਹਿੰਦੇ ਨੇ ਹੰਸ ਹੇਤ ਲੋਭ। ਔਰ ਇਹ ਲੋਭ ਕੇਵਲ ਅੰਦਰ ਦੀ ਅੱਗ ਹੀ ਨਹੀਂ, ਇਹ ਤੇ ਹਰ ਇੱਕ ਮਨੁੱਖ ਦੇ ਨੱਕ ਤੇ ਬੈਠਾ ਹੈ ਲੋਭ। ਫਿਰ ਕ੍ਰੋਧ, ਹੰਸ ਹੇਤ ਲੋਭ ਕੋਪ, ਕੋਪ ਗੁੱਸਾ। ਇਹ 4 ਤਰ੍ਹਾਂ ਦੀਆਂ ਨਦੀਆਂ ਨੇ, ਇੱਕ ਤਰ੍ਹਾਂ ਦੀ ਅੱਗ ਨਹੀਂ, ਨਦੀਆਂ ਭਰ ਭਰ ਕੇ ਚੱਲ ਰਹੀਆਂ ਨੇ, ਔਰ ਏਡੀਆਂ ਵੱਡੀਆਂ ਵੱਡੀਆਂ ਲਹਿਰਾਂ ਨੇ। ਗੁਰੂ ਸਾਹਿਬ ਜੀ ਕਹਿੰਦੇ ਜਿਹੜਾ ਇਹਦੇ ਵਿੱਚ ਫਸ ਗਿਆ ਫਿਰ ਇਹ ਅੱਗ ਕੀ ਕਰੇਗੀ? ਅੱਗ ਦੇ ਵਿੱਚ ਕੁਝ ਵੀ ਪਾਓ ਸਾੜ ਕੇ ਸੁਆਹ ਕਰਦੀ ਹੈ ਨਾ। ਇਹਦੇ ਵਿੱਚ ਫਸ ਗਏ ਤੇ ਇਹਨੇ ਆਤਮਿਕ ਜੀਵਨ ਨੂੰ ਸਾੜ ਕੇ ਸੁਆਹ ਕਰ ਦੇਣਾ ਹੈ। ਇਹ 4 ਤਰ੍ਹਾਂ ਦੀਆਂ ਅੱਗਾਂ ਰਹਿਣੀਆਂ ਅੰਦਰ ਹੀ ਨੇ, ਪਰ ਹਾਂ ਗੁਰੂ ਦੀ ਕਿਰਪਾ ਨਾਲ ਇਹਨਾਂ ਤੋਂ ਬਚਿਆ ਜਾ ਸਕਦਾ ਹੈ। ਔਰ ਗੁਰੂ ਸਾਹਿਬ ਜੀ ਕਹਿੰਦੇ ਨੇ ਹੰਸ ਹੇਤ ਲੋਭ ਕੋਪ, ਚਾਰੇ ਨਦੀਆਂ ਅੱਗ। ਪਵੇਂ ਦੱਜੈ ਨਾਨਕਾ, ਦੱਜੇ ਸੜ ਜਾਏਗਾ ਜਿਹੜਾ ਪਏਗਾ, ਪਰ ਕਹਿਣ ਲੱਗੇ ਤਰੀਐ ਕਰਮੀ ਲੱਗ। ਗੁਰੂ ਦੀ ਬਖਸ਼ਿਸ਼ ਨਾਲ ਜਿਹੜਾ ਗੁਰੂ ਦੇ ਚਰਨੀ ਲੱਗ ਜੇ ਉਹ ਇਹਨਾਂ ਦੇ ਵਿੱਚੋਂ ਨਿਕਲ ਜਾਂਦਾ ਹੈ, ਬਚਦਾ ਹੈ। ਔਰ ਗੁਰੂ ਸਾਹਿਬ ਜੀ ਕਹਿੰਦੇ ਨੇ ਜੇ ਨਾਮ ਚੇਤੇ ਨਹੀਂ, ਅੱਜ ਦਾ ਪਾਵਨ ਹੁਕਮ ਹੈ ਕਿ ਅਸਾੜ ਤਪੰਦਾ ਤਿਸ ਲੱਗਾ। ਤਪਦਾ ਜ਼ਰੂਰ ਹੈ, ਪਰ ਇਹ ਭਾਸਦਾ ਉਹਨਾਂ ਨੂੰ ਹੈ ਹਰ ਨਾਹਨ ਜਿਨ੍ਹਾਂ ਪਾਸ, ਜਿਨ੍ਹਾਂ ਦੇ ਕੋਲ ਗੁਰੂ ਦਾ, ਰੱਬ ਦਾ, ਪਰਮੇਸ਼ਰ ਦਾ ਨਾਮ ਨਹੀਂ। ਔਰ ਗੁਰੂ ਸਾਹਿਬ ਨੇ ਪਾਵਨ ਬਚਨ ਬਾਣੀ ਦੇ ਵਿੱਚ ਬਹੁਤ ਥਾਵਾਂ ਤੇ ਕਹੇ ਨੇ ਕਿ ਹਰ ਬਿਨ ਜੀੜਾ ਜਲ ਬਲ ਜਾਓ। ਬੜਾ ਜੜ ਸੜਦਾ ਹੈ, ਬੜਾ ਜਲਦਾ ਹੈ। ਤੇ ਸਤਿਗੁਰੂ ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਕਹਿੰਦੇ ਨੇ ਬਿਲਕੁਲ ਸੱਚੀ ਗੱਲ ਹੈ, ਔਰ ਮੈਂ ਆਪ ਨਹੀਂ ਕਹਿ ਰਿਹਾ। ਸਤਿਗੁਰੂ ਕਹਿੰਦੇ ਨੇ ਮੈਂ ਆਪਣੇ ਗੁਰੂ ਤੋਂ ਪੁੱਛ ਕੇ ਆਇਆ, ਜਿਹਦੇ ਅੰਦਰ ਨਾਮ ਨਹੀਂ ਉਹਦਾ ਅੰਦਰ ਸੜਦਾ ਹੈ, ਔਰ ਸੜਨੋਂ ਕਦੇ ਰੁਕਦਾ ਨਹੀਂ, ਲਗਾਤਾਰ ਸੜਦਾ ਹੈ। ਉਹ ਤ੍ਰਿਸ਼ਨਾ ਨਾਲ ਸੜਦਾ ਹੈ, ਉਹ ਈਰਖਾ ਨਾਲ ਸੜਦਾ ਹੈ, ਉਹ ਦਵੈਸ਼ ਨਾਲ ਸੜਦਾ ਹੈ, ਉਹ ਵਿਕਾਰਾਂ ਨਾਲ ਸੜਦਾ ਹੈ, ਪਰ ਸੜਦਾ ਹੀ ਰਹਿੰਦਾ ਹੈ। ਸਤਿਗੁਰੂ ਜੀ ਕਹਿੰਦੇ ਨੇ ਹਉ ਹਰ ਬਿਨ ਜਿਹੜਾ ਜਲ ਬਲ ਜਾਓ।
मैं अपना गुर पूछ देखिया, अपने गुरु ਨੂੰ ਪੁੱਛ ਕੇ ਆਇਆ ਹਾਂ ਕਿ ਸੜਦਾ ਹੋਇਆ ਜਿਹੜਾ ਫਿਰ ਸ਼ਾਂਤ ਕਿਵੇਂ ਹੋਵੇ। ਔਰ ਗੁਰੂ ਸਾਹਿਬ ਜੀ ਕਹਿੰਦੇ ਨੇ ਅਵਰ ਨਾਹੀ ਥਾਉ ਹਰੀ ਤੋਂ ਬਿਨਾ ਹੋਰ ਦੂਜਾ ਥਾਂ ਕੋਈ ਨਹੀਂ, ਨਾਮ ਤੋਂ ਬਿਨਾ ਹੋਰ ਦੂਜਾ ਕੋਈ ਥਾਂ ਨਹੀਂ। ਉਸੇ ਨੂੰ ਗੁਰੂ ਸਾਹਿਬ ਜੀ ਕਹਿੰਦੇ ਨੇ ਜੀਉ ਤਪਤ ਹੈ ਬਾਰੋ ਬਾਰ, ਤਪ ਤਪ ਖਪੈ ਬਹੁਤ ਬੇਕਾਰ। ਕਿਉਂ ਤਪਦਾ ਹੈ ਬਾਰ ਬਾਰ, ਕਿਉਂ ਲੁੜਸਦਾ ਹੈ? ਕਿਉਂਕਿ ਗੁਰੂ ਸਾਹਿਬ ਜੀ ਕਹਿੰਦੇ ਨੇ ਹਰ ਨਾ ਹਨ ਜਿੰਨਾ ਪਾਸ। ਔਰ ਉੱਤੇ ਪਾਵਨ ਬਚਨ ਕਹੇ ਨੇ ਜੀਉ ਤਪਤ ਹੈ ਬਾਰੋ ਬਾਰ, ਤਪ ਤਪ ਖਪੈ ਬਹੁਤ ਬੇਕਾਰ। ਕਹਿੰਦੇ ਜੈ ਤਨ ਬਾਣੀ ਵਿਸਰ ਜਾਏ, ਉਹਨਾਂ ਦਾ ਤਪਦਾ ਹੈ ਜਿਹਨੂੰ ਬਾਣੀ ਭੁੱਲ ਜੇ। ਔਰ ਇੰਨਾ ਤਪਦਾ ਜੋ ਪੱਕਾ ਰੋਗੀ ਬਿਲ ਲਾਏ। ਅਸਾੜਤ ਪੰਦਾ ਤਿਸ ਲੱਗਾ, ਹਰ ਨਾਹ ਨ ਜਿੰਨਾ ਪਾਸ। ਔਰ ਗੁਰੂ ਸਾਹਿਬ ਜੀ ਦੇ ਦੋਵੇਂ ਹੁਕਮ ਅੱਜ ਇਹੀ ਨੇ ਕਿ ਹਰੀ ਨੂੰ ਭੁੱਲ ਕੇ, ਰੱਬ ਨੂੰ ਭੁੱਲ ਕੇ, ਹਰ ਬਿਸਰਤ ਸਦਾ ਖੁਆਰੀ ਹੈ। ਅਸਾੜ ਦਾ ਮਹੀਨਾ ਤਪਦਾ ਉਹਨਾਂ ਨੂੰ ਭਸਦਾ ਹੈ ਜਿਨ੍ਹਾਂ ਦੇ ਅੰਦਰ ਨਾਮ ਭੁੱਲ ਗਿਆ, ਜਿਹੜੇ ਨਾਮ ਤੋਂ ਟੁੱਟ ਗਏ। ਹੁਣ ਸਤਿਗੁਰੂ ਜੀ ਨੇ ਪਾਵਨ ਬਚਨ ਕਹੇ, ਬਾਹਰੋਂ ਬੰਦੇ ਨੇ ਬੜਾ ਯਤਨ ਕੀਤਾ ਕਿ ਇਸ ਤਪਸ ਤੋਂ ਬਚਿਆ ਜਾਏ, ਪਰ ਗੁਰੂ ਸਾਹਿਬ ਜੀ ਕਹਿੰਦੇ ਨੇ ਭਾਵੇਂ ਚੰਦਰਮਾ ਬੜੀ ਸ਼ੀਤਲ ਚੰਦ ਨਹੀਂ ਦਿੰਦਾ, ਬੜੀਆਂ ਸ਼ੀਤਲ ਦੀਆਂ ਕਿਰਨਾਂ ਨੇ, ਪਰ ਚੰਦਰਮਾ ਦੀਆਂ ਕਿਰਨਾਂ ਵੀ ਅੰਦਰ ਦੀ ਸ਼ਾਂਤੀ, ਅੰਦਰ ਦੀ ਉਹ ਠੰਡਕ ਨਹੀਂ ਦੇ ਸਕਦਾ। ਔਰ ਸਤਿਗੁਰੂ ਜੀ ਕਹਿੰਦੇ ਨੇ ਸਰਦ ਰੁੱਤ ਭਾਵੇਂ ਹੋਵੇ, ਗਰਮੀ ਸਰਦੀ ਇੰਨੀ ਹੋਵੇ ਕਿ ਬੰਦਾ ਠਰਦਾ ਹੋਵੇ, ਔਰ ਇੰਨਾ ਠਰਦਾ ਹੋਵੇ ਹੱਥ ਪੈਰ ਵੀ ਕੰਬਦੇ ਹੋਣ, ਦੰਦ ਵੀ ਵੱਜਦੇ ਹੋਣ, ਪਰ ਅੰਦਰ ਹਕੀਕਤ ਹੈ ਕਿ ਅੰਦਰ ਫਿਰ ਵੀ ਅੱਗ ਬਲਦੀ ਹੈ। ਕਿਉਂਕਿ ਬਾਹਰ ਦੀ ਠੰਡਕ ਗੁਰੂ ਸਾਹਿਬ ਜੀ ਕਹਿੰਦੇ ਨੇ ਅੰਦਰ ਦੇ ਤਪਸ਼ ਨੂੰ ਕਦੇ ਬੁਝਾ ਨਹੀਂ ਸਕਦੀ। ਔਰ ਗੁਰੂ ਸਾਹਿਬ ਦਾ ਪਾਵਨ ਬਚਨ ਹੈ ਸ਼ਲੋਕ ਸੰਸਕ੍ਰਿਤੀ, ਕਹਿੰਦੇ ਨਹਿ ਸੀਤਲੰ ਸੀਤ ਰੁਤੇਨ ਹੈ। ਉਹ ਪਾਵਨ ਬਚਨ ਇਸ ਤੋਂ ਪਹਿਲਾਂ ਹੈ ਕਿ ਨਹਿ ਸੀਤਲੰ ਚੰਦਰ ਦੇਵ ਹੈ, ਨਹਿ ਸੀਤਲੰ ਬਾਵਣ ਚੰਦਨ ਹੈ। ਭਾਵੇਂ ਚੰਦਨ ਬੜੀ ਠੰਡਕ ਦਿੰਦਾ ਹੈ, ਬਾਹਰੋਂ ਤਪਦਾ ਹੋਇਆ ਤਨ ਤੇ ਠਾਰ ਸਕਦਾ ਹੈ, ਪਰ ਅੰਦਰ ਮਨ ਦੀ ਠੰਡਕ ਕਿੰਨੇ ਵੀ ਨਹੀਂ ਦੇਣੀ। ਔਰ ਗੁਰੂ ਸਾਹਿਬ ਜੀ ਕਹਿੰਦੇ ਨਹਿ ਸੀਤਲੰਗ ਸੀਤ ਰੁਤੇਨ ਹੈ, ਸਰਦ ਰੁੱਤ ਵੀ ਠੰਡਕ ਨਹੀਂ ਦੇ ਸਕਦੇ, ਫਿਰ ਸਤਿਗੁਰੂ ਜੀ ਅੰਦਰ ਦੀ ਠੰਡਕ ਮਿਲੇ ਕਿਵੇਂ? ਔਰ ਗੁਰੂ ਸਾਹਿਬ ਜੀ ਕਹਿੰਦੇ ਨੇ ਨਾਨਕ ਸੀਤਲੰਗ ਸਾਧ ਸੁਵੱਜਣ ਹੈ। ਇੱਕੋ ਹੀ ਤਰੀਕਾ ਹੈ ਗੁਰੂ ਦੀ ਸੰਗਤ, ਸਾਧ ਸੰਗਤ, ਇੱਕੋ ਹੀ ਤਰੀਕਾ ਪਰਮੇਸ਼ਰ ਦਾ ਨਾਮ, ਅੰਦਰ ਦੀ ਸ਼ੀਤਲਤਾ ਮਿਲੇਗੀ। ਹੁਣ ਦੇਖੋ ਇੰਨੀ ਗਰਮੀ, ਇੰਨੀ ਤਪਸ਼, ਔਰ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਪਾਵਨ ਬਚਨ ਨੇ ਕਿ ਅਸਾੜਤ ਪੰਦਾ ਤਿਸ ਲੱਗਾ, ਕੇਵਲ ਉਹਨਾਂ ਨੂੰ ਤਪਦਾ ਹੋਇਆ ਲੱਗਦਾ, ਹਰ ਨਾਹ ਨ ਜਿੰਨਾ ਪਾਸ। ਕਿਉਂਕਿ ਕੇਵਲ ਬਚਨ ਕਹੇ ਨਹੀਂ, ਗੁਰੂ ਸਾਹਿਬ ਨੇ ਜੀਵਨ ਦੇ ਵਿੱਚ ਸਾਨੂੰ ਪ੍ਰੈਕਟੀਕਲੀ ਕਰਕੇ ਦਿਖਾਏ ਵੀ ਨੇ। ਤੱਤੀ ਤਵੀ ਤੇ ਬੈਠਦੇ ਨੇ, ਤੱਤਾ ਰੇਤਾ ਸਿਰ ਵਿੱਚ ਪੈਂਦਾ ਹੈ, ਤੱਤੇ ਪਾਣੀ ਦੇ ਵਿੱਚ ਉਬਾਲ ਕੇ ਤੱਤਾ ਕਰਨ ਦਾ ਯਤਨ ਕੀਤਾ ਜਾਂਦਾ ਹੈ, ਪਰ ਗੁਰੂ ਸਾਹਿਬ ਜੀ ਕਹਿੰਦੇ ਨੇ ਜਦੋਂ ਅੰਦਰ ਨਾਮ ਦੀ ਸ਼ੀਤਲਤਾ ਹੋਵੇ, ਬਾਹਰ ਦੀ ਅੱਗ ਤਪਾ ਸਕਦੀ ਨਹੀਂ। ਔਰ ਧੰਨ ਗੁਰੂ ਅਰਜਨ ਦੇਵ ਮਹਾਰਾਜ ਨੂੰ ਇੱਕ ਪਾਵਨ ਬਚਨ ਸਿੱਖਾਂ ਵੱਲੋਂ ਕਿਹਾ ਜਾਂਦਾ ਹੈ ਸ਼ਹੀਦਾਂ ਦੇ ਸਿਰਤਾਜ। ਸਿਰ ਦੇ ਤਾਜ ਸ਼ਬਦ ਕਿਉਂ ਵਰਤੇ ਜਾਂਦੇ ਜੀ? ਕਿਉਂਕਿ ਇਹ ਅੱਗ ਬੰਦਗੀ ਕਰਨ ਵਾਲਿਆਂ ਦੇ ਸਾਹਮਣੇ ਪਹਿਲੋਂ ਵੀ ਕਈ ਵਾਰੀ ਆਈ, ਔਰ ਦੋ ਕੁ ਉਦਾਹਰਨਾਂ ਸਾਡੇ ਇਤਿਹਾਸ ਤੇ ਮਿਥਿਹਾਸ ਵਿੱਚੋਂ ਸਾਨੂੰ ਮਿਲਦੀਆਂ ਨੇ ਕਿ ਇੱਕ ਅੱਗ ਉਦੋਂ ਆਈ ਸੀ ਜਦੋਂ ਭਗਤ ਪ੍ਰਹਿਲਾਦ ਜੀ ਨੂੰ ਕਿਹਾ ਗਿਆ ਤਪ ਦੇ ਨਾਲ ਪਖਾ ਕੇ ਐਨ ਲਾਲ ਸੂਆ ਕੀਤਾ ਹੋਇਆ ਥੰਬ, ਤੇ ਪਿਤਾ ਹਰਨਾਕਸ਼ ਕਹਿੰਦਾ ਕਿ ਦੇਖ ਜੇ ਰੱਬ ਸਾਰੀਆਂ ਥਾਵਾਂ ਤੇ, ਫਿਰ ਪਾ ਜੱਫੀ ਮਿਲ ਆਪਣੇ ਰੱਬ ਨੂੰ। ਕਿ ਬਲਦੇ ਹੋਏ ਅੱਗ, ਉਹ ਤਪਦਾ ਹੋਇਆ ਏਡਾ ਥੰਬ ਲੋਹੇ ਦਾ। ਉਰੇ ਮੰਨਿਆ ਜਾਂਦਾ ਨਾ ਅੱਜ ਵੀ ਉਹ ਇੱਕ ਧਾਰਨਾ ਜੀ ਪੜ੍ਹੀ ਜਾਂਦੀ ਹੈ ਕਿ ਕੀੜੀ ਨਾ ਬਣ ਦੋ ਰਾਮਾ, ਪ੍ਰਹਿਲਾਦ ਡੋਲ ਜਾਂਦਾ। ਕਿਤੇ ਨਾ ਕਿਤੇ ਨਾ ਮਨ ਵਿੱਚ ਆਈ ਕਿ ਇੰਨਾ ਭਖਿਆ ਹੋਇਆ ਥੰਮ ਕਿ ਰੱਬਾ ਤੇਰੇ ਭਰੋਸੇ ਤੇ ਮੈਂ ਜੱਫੀ ਤੇ ਪਾਉਣ ਲੱਗਾ ਹਾਂ, ਪਰ ਮਾੜਾ ਜੇ ਕਿਤੇ ਡੋਲੇ ਤੇ ਚੱਲਦੀ ਹੋਈ ਕੀੜੀ ਨਜ਼ਰ ਆਈ ਕਿ ਉੱਥੇ ਅੱਗ ਨੇ ਆਪਣਾ ਸੁਭਾਅ ਹੀ ਬਦਲ ਦਿੱਤਾ।
दूसरी उदाहरण सानू मिलती नमरूद की कचहरी च इब्राहिम नूं जदों कहा गया सी कि तू कहना हर थां ते खुदा है, मैं भी खुदा हाँ, ते जे तू खुदा है तो चल फिर अंगारे भरी सभा दे विच वसाए सन, चल उतों तुर के विखा। और मन दे विच किते ना किते उदों वो भी डैल गया सी कि इन्ने भखदे हुए अंगारे रब्बा तेरे भरोसे ते चलना तो है। ये गल वखरी कि उत्थे दुनिया की नज़र विच पास हुए दोवें, अग दे अंगारे तो चल के पार हो गया, लंघ गया, अग ने साड़िया नहीं क्योंकि अग ने अपना सुभाव ही बदल लिया। पर धन गुरु अर्जन देव महाराज जी ने दुनिया के लोगों को सानू समझाया कि देखो जिहड़े बंदगी करने वाले ने ना, जिन्हां दे अंदर नाम है, भावें अग अपना सुभाव ना भी बदले पर जपण वाले दे अंदर फिर भी ठंड है। अग ने सुभाव नहीं बदलिया और पंथ ही ननकान भी होया। उन्हें धन गुरु अर्जन देव महाराज जी की शहादत बारे 4 को लैना बड़ियां सोहणियां लिखियां सन कि सानू समझा के गए कि बलदी हुई अग अपना सुभाव ना बदले, उबलदा होया पानी भी अपना सुभाव ना बदले, तत्ती रेत भी अपना सुभाव ना बदले, चंदू वर्गे तपे हुए भी अपना सुभाव ना बदलन, पर गुरु के सिखा तू चेते रखी सुभाव तू भी अपना ना बदली, क्योंकि तेरे अंदर नाम है तो जिंदे अंदर नाम है उनके अंदर शीतलता है। और उस कवि ने बड़ियां सोहणियां लैना लिखियां सन कि जिंदे सीस ते कदे सी कलस झुलदे, वो गर्म बालू दे कड़छे पवा रहा सी, कई पैर अंगारियां दी सेज बह के शांत मई दे पूरने पा रहा सी, कहते खा के देग दे विच उबालिया नूं फिर भी सतनाम वाहिगुरु गा रहा सी। पर कहते दुनिया के लोगों कहना सौखा, सुनना भी बहुत सौखा, क्योंकि कह ही देना ना तत्ती तवी ते बैठे, असी सुन लेना कि सुन लिया, उबाल दिता पानी च। कहना सुनना बड़ा सौखा है, कहते लोगों कहना सुनना कहना सौखा, सुनना भी बहुत सौखा, पर औखी गल है अमल नूं कमाउण वाली, वो तो आत्मा ही सच्ची रब दी सी, तत्ती तवी ते सुखमणी गाउण वाली। और बिल्कुल आत्मा रब दी है जिंदे अंदर रब वसिया होया, जिन्हें अंदरों जान लिया है, जिहड़ा जुड़िया होया है। गुरु साहब जी कहते हैं तपदा है हाड़ दा महीना, पर तपदा उन्हां लई है हर नाहन जिन्ना पास, जिन्हां दे कोल हरि परमात्मा का नाम नहीं। और गुरु साहब ने पावन बचन कहे ने, कहते कल ताती ठंडा हर नाओ, कलयुग भी तत्ता है, सब पासे तपश है, पर जे ठंडा है तो केवल एक गुरु का नाम। और गुरु साहब जी कहते हैं बाहर के यतन भावें को करे कि किसी नदी के किनारे झील के किनारे घर बनावे, बाहरली ठंडक तो मिल सकती है, पर बाहरली ठंडक के नाल अंदर सड़ता होया नहीं शांत होना। उत्थे गुरु साहब ने पावन वचन कहे कि जल थल नीर भरे, शीतल पवन चुलार दे, कहते सेजड़ियाँ सुवन हीरे लाल जुड़न, सो पार कपड़ भोग नानक पिरे विहूणी तत्तियाँ। ये सारिया ठंडका बाहर दियां होण, सोहणियां सेजां होण, सोहणे कपड़ होण, पर गुरु साहब जी कहते हैं नानक पिरी विहूणी तत्तियाँ। अंदरों वो जीव रूपी इस्त्रियाँ तत्तियां ही ने, अंदरों सड़दियां ने, क्योंकि बाहर दे ठंडक अंदर ले ठंडक दे नहीं सकती। और गुरु साहब ने पावन बचन कहे ने, जिथे सो संस्कृति दे विच पावन बचन कहे, उत्थे गुरु साहब ने कथां ते होर भी कहे ने कि चंदन चंद न सरद रुत, ना चंद्रमा की चांदनी ना ठंड की रुत, चंदन चंद न सरद रुत, मूल न मिटे काम। क्योंकि अषाढ़ तपंदा है ना, ये तपश ये काम अंदरों बिल्कुल खत्म होनी नहीं। चंदन चंदन न सरद रुत, मूल न मिटे काम। और कहते ने शीतल थी वह नानका, जपंदड़ो हर नाम। जिन्हां दे अंदर नाम है वो शीतल ही ने, वो तत्ती तवी ते भी शीतल ने। वो इस कलयुग के बलदे हुए विकारां दी अग दे विच रह के भी शीतल ने, क्योंकि ये विकारां दी अग पुंदी नहीं।
कई बार पहरावा बन जाता है, पाया जाता है कि भगतां वाला है। भाई सुथरा जी आनंदपुर साहिब की पावन धरती गुरु कलगीधर पातशाह दे चरणों में रहिंदे ने। उत्थे एक आया सी इवें दा तपस्वी, अपने आप को कहंदा सी मैं बड़ा शीतल हाँ, नाम भी शीतल दास रखिया। पिंडे दे उत्ते सवाह मार लेनी सवेरे भी शामी भी। और जदों 2-3 दिन हो गए बैठे हुए तो भाई सुथरा जी का समझाउण दा तरीका बड़ा सौखा सी। नाले तो हासा बनता सी, संगत हसदी सी, होर हासे वाले पासे लोग छेती जाते ने, पर हासे हासे दे विचों समझा बड़ा कुछ जाते सन। भाई सुथरा जी आए, आके बड़े प्यार नाल पहले पूछते हैं कि बाबा तू कित्थों आए हैं, आपका नाम क्या है। पहले तो पूछा बड़ा प्यार दे नाल कि आपका नाम क्या है। उन्हें बड़े मिठी जी आवाज़ विच कहंदे जी शीतल दास। और भाई सुथरा जी पहलों सज्जे खब्बे वेख के कहंदे वखे दे विच उंगली लाई, तो उंगली ला के कहंदे बाबा सुनिया नहीं नाम की है। हुण देखो वखे च उंगली कोई लावे तो बंदा खिंचदा है। कहंदे थोड़े जो उस बाबे की वॉल्यूम उच्ची हो गई कि मेरा नाम शीतल दास है। पर भाई सुथरे ने दूजी बारी फिर उंगली थोड़ी जी टाइट करके ला दी। एन उंगली मारी जी, बाबा जी उच्ची बोलो सुनिया नहीं नाम की है। हुण तीजी बारी बाबा जी फिर बोले नहीं, वट के चपेड़ मारी भाई सुथरे के मूँह से कि तेनों दस्या नहीं नाम शीतल दास है। भाई सुथरा जी हस पे, सिख कोल वेखदे सन, कहंदे बस यही तो मैं वेखना चाहुंदा सा। और शीतल दास पुछदे की वेखना चाहुंदा सा, कि मैं ये वेखना चाहुंदा सा सुवाह तो बड़ी है पर अग किते नज़र नहीं आउंदी, अग तो बिना तो सुवाह बनती नहीं। पिंडे ते मली हुई दसदी सी, पर कहंदे वेख ले अग ते अंदर है तां ही सुवाह बाहर है ना। और गुरु साहब धन गुरु अर्जन देव महाराज जी ने पावन बचन कहे ने कि इवें पत्थर बन के पिंडिया ते सवाह मल के ये अंदर की शीतलता मिलती नहीं। कहते अंतर अगन बाहर तन सुवाह, गल पाथर कैसे तरे था। तरना तो वैसे ही औखा है, तो गल विच पत्थर पा ले तो तरिया किवें जाए। हुण गुरु साहब ने इत्थे पावन बचन कहे ने, असाड़ का महीना तपदा है भाई, बिल्कुल तपदा है, पर कहते ने याद रखियो उन्होंने भासदा है उन्होंने लिए ज़्यादा तपदा है। हर नाह ना जिन्ना पास, तो किन्ना लिए तपदा है जी। कहते जग जीवन पुरख त्याग कै मानस संधि आथ। जग जीवन जगत नूं जीवन देण वाला मालक परमेश्वर, उन्होंने विसार के उन्होंने भुल के मानस संधि आस जेड़े बंदे ते आस रखते हैं उन्होंने नहीं हाड़ तपदा है, उन्होंने तपाउंदा है तो होर ज़्यादा तपाउंदा है। पर गुरु साहब जी कहते ने देख गुरु की सिखा मनुख की आस ना रखी, क्योंकि मनुख की टेक बिरथी सब जान। ये बंदे ने मर खप जाना, पता नहीं तू पहलों मर जे क्यों मर जे। बंदे ते टेक ना रखी, क्योंकि बंदा कदे ना कदे कोई हो सकता तेरा काम सार भी दे, पर बंदे की आस ना रखी, क्योंकि एक बारी दे देगा, दूजी बारी दे देगा, तीजी बारी पूछेगा पहले दिते सन कित्थे ने। पर वो जिहड़ा सारे जगत का मालक है, सब का दाता है, वो देखो ना तो चितारदा ते ना कदे एहसान करता है, कदे नहीं पुछदा कि पहलों दिता सी फिर आ गए। इत्थे तो गुरु साहब जी कहते ने भंडारे खुले ने भाई तू लैण वाला बन। मंगण की जाच सिख, तेनों मंगना आना चाहिए, इत्थे तो भंडारे भरे ने। पर जिन्हां ने जग जीवन पुरख नूं विसारिया है, असल विच असाड़ का महीना उन्हां लई तपदा है। और गुरु साहब जी पावन बचन करते हैं कि जिसकै दिया रहे या गाए, बहुर न तृष्णा लागे आए। मारे रख एको आप, मनुख के किश नहीं हाथ। भी बंदे दे हाथ कुछ नहीं, फिर बंदे ते आस ना रख। पर जिन्हां ने कहते जग जीवन पुरख त्याग कै मानस संधि आस, मनुख ते आस रख ली। और कईयां ने रखी जी। गुरु साहब ने पावन बचन कहे ने कि कईयां नूं हो सकदा अपने रिश्तेदारां नाल कदे कम ना पिया होवे, पर आस रखते हैं।
कि मेरा कुड़म मंत्री है, मेरा कुड़म वड्डे अहुदे ते है, जवाई वड्डा अफसर है, मेरे धीआं ने, पुत्तर ने, मेरे साग संबंधी ने। पर गुरु साहब जी कहते हैं मनुख की टेक है बेअर्थी, और जिन्हों ने रखी है काम किते आई नहीं कदे। गुरु साहब ने पावन बचन कहे ने कि किस हे धड़ा किया मित्र सुत नाल भाई, किस हे धड़ा किया कुड़म सके नाल जवाई। फिर कहते ने किस हे धड़ा किया सिकदार चौधरी नाल अपने सुहाई। पर अखीर ते गुरु साहब ने पावन बचन किया भाई नहीं, हमरा धड़ा हर रहा समाई, हम हर स्यों धड़ा किया। असी हरि परमात्मा नूं अपना धड़ा बनाया है, क्योंकि उनदे तो बिना मनुख की टेक जिहड़ी बिल्कुल व्यर्थ है। हम हर स्यों धड़ा किया मेरी हर टेक। और भरोसे नाल क्या है कि हों हर बिन पख अवर ना धड़ा, हों हर गुण गावा असंख नेक। रब जी गुरु जी तेरे तो बिना मेरा ना कोई पख है ना कोई धड़ा है, धड़ा केवल तेनू बनाया है। हुण गुरु साहब जी ने जिहड़ी किरपा की धड़ा मनुख बना लेंदा है, होर होर पासे बनाउंदा है। जग जीवन पुरख विसार कै मानस संधि आस। ते जे जग जीवन पुरख नूं त्याग के होर मनुखां दी आस रखे, तो फिर देख एक प्रोफैसर पूर्ण सिंह ने किताब लिखी बहुत समा पहलों कि जिंदा नाम सी चुप प्रीत दा शहनशाह व्यापारी। हुण उहदे विच चुप प्रीत दा शहनशाह व्यापारी विच बहलोल दा जिक्र करते हैं। उरे साखी आप जी नूं याद है कि धन गुरु नानक देव सच्चे पातशाह जदों बगदाद गए, उत्थे जदों कहंदे ने कि मरदानिया रवाब छेड़ बाणी आई है, ये बहलोल चलिया सी मस्जिद विच जाके नवाज पढ़न वास्ते। पर गुरु साहब का कीर्तन सुनिया, ये नवाज भुल गया, उत्थे बैठ गया। कीर्तन होंदा रहा, शब्द का भोग पाया गया, कुछ नहीं बोलिया, उठ के वापस चला गया, मस्जिद तक पहुंचे ही नहीं। अगले दिन फिर आया, जाना सी मस्जिद पर कीर्तन सुनिया, उत्थे बैठ गया। कई दिन इस तरह करता रहा, आवे उत्थे बैठ जे, वो नवाज भी भुल जे, सब कुछ भुल जे, बोले कुछ ना। पर जदों धन गुरु नानक देव सच्चे पातशाह फिर कई दिन तो बाद वापस आउण लगे, वो पहली बारी बोलिया। बहलोल कहंदा कि सतगुरु कि हुण ये प्रेत दा चिराग अंदर दीवा बाल के चले किथे, बस कृपा करो, जां तो हुण नाल लै जाओ ते जां उस खुदा दे अगे अरदास करो कि इस शरीर दे विचों जिंद कढ लवे। खैर जग जीवन पुरख विसार के दी गल कर रहे से, कहते गुरु साहब जी ने उत्थे समझाया कि बहलोल देख जदों प्रीत होवे ना, ते प्रीत जिहड़ी फिर शरीरां नाल नहीं कीती जांदी। तू इत्थे बैठा होएगा तां भी साडे नाल ही होएगा, क्योंकि प्रीत शरीरां नाल नहीं कीती जांदी, प्रीत आत्मा ते परमात्मा नाल कीती जांदी है। तैनूं जे ये शांति मिली, ये सब कुछ मिलिया, तो मिलिया कित्थों? कहंदे तुहाडा शब्द सुन के। तो बस गुरु साहब जी कहते हैं शब्द नाल जुड़। और वो बहलोल फिर उतों 60 साल उस तो बाद उस थां ते रहा सी। उस बहलोल दे कोल आया सी राजा बादशाह कि जिन्हां ने जग जीवन पुरख नूं नहीं विसारिया, मानस संधि आस नहीं रखी। वो बादशाह आके बहलोल नूं पुछदा कि कुछ मंग, कि बादशाह जी तेरे कोल आया, तू फकीर है, पीर है, तेनों असीं पीर मनने, मंग लै कुछ। और बहलोल कहंदा कि मैं मंगतिया तू की मंगना है, कि तू तो आप भिखारी, मैं तेरे तो की मंगना है। तो जे तू कुछ देना तो एक काम कर, ना मेरा टाइम खराब कर, ना अपना इत्थों उठ के चला जा। जिन्हां ने मानस संधि आस छड्डी है, ये गल कह तो ही सकते हैं जिन्हां दे अंदर नाम है। बादशाह तो चला गया, पर बाद में चेलिया ने कहा कि देख बाबा तू अपने लिए कुछ नहीं सी मंगना, साडे लिए कुछ नहीं सी मंगना, तो घट्टो घट्ट आ जिहड़ी छपरी पाई है बंदरगाह, ये बंदगी खाना बनाया है, इनकी छत टुटी पई है, इन्ना को तो मंग लेंदा कि छत ही बनवा जांदा।
पर बलोल कहता कि देखो जदों वो आया सी मैं बैठा सा पैर पसार के, तो जे किसी ते अगे हत्थ पसार लेना फिर पैर पसारन जोगा बंदा नहीं रहिंदा, क्योंकि अपने साईं दा हो के जे किसी को मंगे फिर बाबा कबीर जी ने पावन बचन कहे ने कि रे निलाज लाज तो है नाही, कि मना तू इन्ना निर्लज हो गया कि तेन शर्म ही कोई नहीं। क्यों जी कहते हार तज कत काहू के जाही, रब नूं छड्ड के किसी होर तो मंगण चलिया है। जाका ठाकुर उच्चा होई सेकर पर कर जात न सोई, जिंदा रब मालक इन्ना वड्डा होवे किसी होर तो मंगदा चंगा नहीं लगता, किसी होर दे कर जांदा चंगा नहीं लगता। सतगुरु जी ने कृपा की कि पर जिन्हां ने ये लाज छड्ड दित्ती, ਜਿਹੜੇ दूजे भाव ਦੇ ਵਿੱਚ ਪੈ ਗਏ जग जीवन पुरख त्याग के मानस संधि आस, कहते असाड़ का महीना उन्हां लई तपदा है। अगे कहते ने फिर किन्हां लई तपदा है, दुआ पाए गुची है गल पई अस जम के पा फास, दुआ पाए ਜਿਹੜਾ दूजे भै ਦੇ ਵਿੱਚ ਪੈ ਜੇ दूजे प्यार ਦੇ ਵਿੱਚ ਪੈ ਗਏ। सतगुरु जी ਕਹਿੰਦੇ ਨੇ ਅਸਲ ਵਿੱਚ ਅਸਾੜ ਦਾ ਮਹੀਨਾ ਕੱਲਾ ਉਹਨਾਂ ਲਈ ਤਪਦਾ ਹੀ ਨਹੀਂ, गल पई इस जम के फास, जमा दियां फाहियां भी उन्होंने गला च पैंदियां ने, और फाहियां नाम तो बिना कट्टियां जानियां नहीं। गुरु साहब ने पावन बचन बाणी दे विच बेनती कहे ने कि दुए भाए गुची है, दूजा भा की है जी, ये जेड़े मायक पदार्थ जिन्होंने गुरु साहब जी जहर भी कहते हैं, जहर रूपी मायक पदार्थ, दुए भाए गुची है, दुए भा दे विच पै के खुआर होईदा है। और सतगुरु जी कहते हैं चेते रखी, जेहा बीजे सो लुणै मत्थे जो लिखियास, दूजे भा दे विच जे पै के खुआर हुंदा रहा तो जिवें दा बीजेगा वड्डना उवें दा पैना है। जेहा बीजे सो लुणै, लुणे दा अर्थ वड्डना। हुण सतगुरु जी ने पावन बचन कहे ने बंदा सारी जिंदगी बीजदा रहे जहर, ते रब तो कहे कि मैनू अमृत चाहिए है, तो सतगुरु जी कहते हैं भाई कोई न्याय की गल थोड़ी है, बीजा बिख मंगै अमृत वेखो ये न्याओ। इत्थे तो कहते हैं जेहा बीजे सो लूणै, और बाबा फरीद जी ने पावन बचन कहे ने कहते फरीदा लोड़ै दाख बिजोरियां किकर बीजै जट, कि जट किकर बीज के उन्होंने पानी ला के पाले तो बाद विच आस करे कि इनू दाखा लगणगे अंगूर लगणगे। नहीं इत्थे जो कुछ बीजना भाई जे कंडे बीजेगा तो कंडे वजने ने पैरों च, इत्थे अमृत बीजेगा तो अमृत ही मिलेगा। जेहा बीजे सू लुणै मत्थे जो लिखियास, फिर अगे कहते ने कि जो कुछ लिखिया है वो कुछ बंदा करता, और जो कुछ करता वो भोगना पैंदा है। जिनको जेहा बीजे सू लुणै मत्थे जो लिखियास, रैन वहाणी पछताणी उठ चले गई निराश, जिवें दा बीजिया उवें दा पालिया। रैन, रैन दा अखरी अर्थ रात है, पर उनका भाव अर्थ है जिंदगी रूपी रात। ये रात 100 साल की भी हो सकती है, ये रब परमेश्वर की खेड है, ये 1.5 साल की भी हो सकती है। एक दो दिन पहले न्यूज़ आप सब ने देखी होनी, छोटी जी बच्ची कि कार वाले ने ध्यान नहीं दिता, अगे डिग्गी उत्तों लंघ गई, मौके पर मौत हो गई। क्योंकि ये जिंदगी रूपी रात है, और ये साईं दे हथ विच है जिउणा ते मरना। ये किड्डी भी लंबी हो सकती, छोटी हो सकती, पर ये राहत गुरु साहब जी कहते ने विहाणी बीतती जा रही है। रैन विहाणी पछताणी, ते पल्ले के प्या पछतावा। रैन विहाणी पछताणी उठ चली गई निराश, इतों चलन लग्या केवल निराशा लैके चली गई। और किवें बतीत हो गई, गुरु साहब ने पावन बचन भावें बेनती कहे ने कि चार गवाया हंड कै चार गवाया सम, चार पैर सारा दिन भज भज के काम धंधे च कढ़ दिता, चार पैर रात सौ के बतीत कर दी। पर कहते कदे ध्यान नहीं आया कि लेखा रब मंगेसिया,
ਤੂੰ ਆਹੋ ਕਿਹੜੇ ਕੰਮ ਬੰਦਿਆ, ਆਇਆ ਕਿਹੜੇ ਕੰਮ ਸੇ ਤੇ ਕਰਕੇ ਕੀ ਚੱਲਿਆ ਹੈ। ਰਹਿਣ ਵਹਾਣੀ ਪਛਤਾਣੀ, ਉੱਠ ਚੱਲੀ ਗਈ ਨਿਰਾਸ, ਔਰ ਕੇਵਲ ਤੇ ਕੇਵਲ ਨਿਰਾਸ਼ਾ ਪਈ। ਗੁਰੂ ਸਾਹਿਬ ਨੇ ਪਾਵਨ ਬਚਨ ਕਹੇ ਨੇ ਕਿ ਜੈਸਾ ਹੀਰੇ ਜੈਸਾ ਜਨਮ ਹੈ, ਕੌਡੀ ਬਦਲੇ ਜਾਏ, ਕੌਡੀਆਂ ਦੇ ਬਦਲੇ ਖਰਾਬ ਕਰ ਗਿਆ। ਰਹਿਣ ਵਿਹਾਣੀ ਪਛਤਾਣੀ, ਉੱਠ ਚੱਲੇ ਗਈ ਨਿਰਾਸ। ਪਰ ਨਾਲ ਗੁਰੂ ਸਾਹਿਬ ਜੀ ਕੇ ਸਮਝਾਉਂਦੇ ਵੀ ਨੇ ਕਿ ਜਿਨ ਕੋ ਸਾਧੂ ਭੇਟਿਐ ਸੋ ਦਰਗਹਿ ਹੋਏ ਖਲਾਸ। ਪਰ ਜਿਨ੍ਹਾਂ ਨੂੰ ਸਾਧੂ ਗੁਰੂ ਮਿਲ ਜੇ, ਜਿਨ ਕੋ ਸਾਧੂ ਭੇਟੀਏ, ਭੇਟੀਏ ਦਾ ਅਰਥ ਮਿਲ ਜੇ, ਜਿਨ੍ਹਾਂ ਨੂੰ ਸਾਧੂ ਗੁਰੂ ਮਿਲ ਜੇ ਉਹ ਦਰਗਾਹ ਦੇ ਵਿੱਚ ਵੀ ਖਲਾਸ ਹੋ ਜਾਂਦੇ ਨੇ, ਮੁਕਤ ਹੁੰਦੇ ਨੇ। ਕਿਉਂਕਿ ਧਰਮ ਰਾਏ ਦਰ ਕਾਗਦ ਫਾਰੇ, ਜਨ ਨਾਨਕ ਲੇਖਾ ਸਮਝਾ। ਫਿਰ ਉਹਨਾਂ ਦਾ ਲੇਖਾ ਗੁਰੂ ਸਾਧੂ ਆਪ ਸਮਝਦਾ ਹੈ। ਗੁਰੂ ਸਾਹਿਬ ਜੀ ਕਹਿੰਦੇ ਨੇ ਜਿਨ ਕੋ ਸਾਧੂ ਭੇਟਿਐ ਸੋ ਦਰਗਾਹ ਹੋਏ ਖਲਾਸ। ਕਰ ਕਿਰਪਾ ਪ੍ਰਭ ਆਪਣੇ, ਤੇਰੇ ਦਰਸ਼ਨ ਹੋਏ ਪਿਆਸ। ਹੁਣ ਇੱਥੇ ਅਰਦਾਸ ਬੇਨਤੀ ਹੈ ਕਿ ਹੇ ਰੱਬ ਜੀ, ਪਰਮੇਸ਼ਰ ਜੀ ਆਪਣੀ ਕਿਰਪਾ ਕਰੋ, ਤੇਰੇ ਦਰਸ਼ਨਾਂ ਦੇ ਅੰਦਰ ਪਿਆਸ ਪੈਦਾ ਹੋ ਜੇ। ਔਰ ਦੇਖੋ ਦਰਸ਼ਨ ਹੋ ਜਾਣ ਬੜੀ ਵੱਡੀ ਕਿਰਪਾ ਹੈ। ਪਰ ਗੁਰੂ ਸਾਹਿਬ ਜੀ ਕਹਿੰਦੇ ਇੰਨੀ ਕਿਰਪਾ ਕਰ ਦੋ ਕਿ ਦਰਸ਼ਨਾਂ ਦੀ ਪਿਆਸ ਹੀ ਲੱਗ ਜੇ। ਤੇ ਬੰਦੇ ਨੂੰ ਪਿਆਸ ਜਦੋਂ ਲੱਗੇ ਉਦੋਂ ਫਿਰ ਉਹ ਯਤਨ ਜ਼ਰੂਰ ਕਰਦਾ ਹੈ ਕਿ ਕਿਤੋਂ ਵੀ ਮਿਲੇ ਪਰ ਪਾਣੀ ਮਿਲੇ। ਫਿਰ ਉਹ ਯਤਨ ਜ਼ਰੂਰ ਕਰਦਾ ਕਿ ਕਿਸੇ ਵੀ ਹਿੱਲੇ ਵਸੀਲੇ ਪਾਣੀ ਨੂੰ ਹਾਸਲ ਕਰਨਾ ਹੈ। ਔਰ ਜਦੋਂ ਦਰਸ਼ਨਾਂ ਦੀ ਪਿਆਸ ਲੱਗ ਜੇ ਫਿਰ ਗੁਰੂ ਸਾਹਿਬ ਜੀ ਕਹਿੰਦੇ ਨੇ ਕਿ ਉਹ ਮਨੁੱਖ ਫਿਰ ਯਤਨ ਵੀ ਕਰਦਾ। ਤੇ ਗੁਰੂ ਸਾਹਿਬ ਜੀ ਕਹਿੰਦੇ ਨੇ ਫਿਰ ਜਿਹੜਾ ਯਤਨ ਕਰਦਾ ਉਹਦੇ ਚਰਨਾਂ ਤੋਂ ਮੈਂ ਬਲਿਹਾਰ ਵੀ ਜਾਨਾ। ਧੰਨ ਗੁਰੂ ਅਰਜਨ ਦੇਵ ਜੀ ਦੇ ਪਾਵਨ ਬਚਨ ਨੇ ਕਿ ਜਿਸ ਜਨ ਕੋ ਪ੍ਰਭ ਦਰਸ ਪਿਆਸਾ, ਨਾਨਕ ਤਾਕੈ ਬਲ ਬਲ ਜਾਸਾ। ਉਹਨਾਂ ਤੋਂ ਬਲਿਹਾਰ ਜਾਈਏ, ਸਦਕੇ ਜਾਈਏ। ਹੁਣ ਗੁਰੂ ਸਾਹਿਬ ਜੀ ਨੇ ਅੱਗੇ ਫਿਰ ਕਿਰਪਾ ਕੀਤੀ, ਕਹਿੰਦੇ ਕਰ ਕਿਰਪਾ ਪ੍ਰਭ ਆਪਣੇ, ਤੇਰੇ ਦਰਸ਼ਨ ਹੋਏ ਪਿਆਸ। ਪ੍ਰਭ ਤੁਧ ਬਿਨ ਦੂਜਾ ਕੋ ਨਹੀਂ, ਨਾਨਕ ਕੀ ਅਰਦਾਸ। ਹੇ ਰੱਬ ਜੀ, ਪਰਮੇਸ਼ਰ ਜੀ, ਤੇਰੇ ਤੋਂ ਬਿਨਾ ਦੂਜਾ ਕੋਈ ਨਹੀਂ। ਤੇ ਦਾਸ ਦੇ ਤੇਰੇ ਚਰਨਾਂ 'ਚ ਇੱਕੋ ਹੀ ਅਰਦਾਸ ਹੈ, ਕਿਰਪਾ ਕਰ ਆਪਣੇ ਦਰਸ਼ਨਾਂ ਦੀ ਪਿਆਸ ਲਾ ਦੇ। ਔਰ ਗੁਰੂ ਸਾਹਿਬ ਜੀ ਕਹਿੰਦੇ ਨੇ ਜਿਨ੍ਹਾਂ ਨੂੰ ਫਿਰ ਪਿਆਸ ਲੱਗ ਜੇ, ਅਸਾੜ ਸੁਹੰਦਾ ਤਿਸ ਲੱਗਾ। ਹੁਣ ਦੇਖੋ ਅਸਾੜ ਦਾ ਮਹੀਨਾ ਜਦੋਂ ਸ਼ੁਰੂ ਕੀਤਾ ਉਦੋਂ ਕਹਿੰਦੇ ਨੇ ਅਸਾੜ ਤਪੰਦਾ ਤਿਸ ਲੱਗਾ। ਅਸਾੜ ਤਪਦਾ ਹੈ ਪਰ ਲੱਗਦਾ ਉਹਨੂੰ ਹੈ, ਭਾਸਦਾ ਉਹਨੂੰ ਹੈ, ਹਰ ਨਾਹ ਨਾ ਜਿੰਨਾ ਪਾਸ। ਔਰ ਜਿਨ੍ਹਾਂ ਦੇ ਕੋਲ ਨਾਹ ਪਤੇ ਪਰਮਾਤਮਾ ਗੁਰੂ ਦਾ ਨਾਮ ਹੋਵੇ, ਫਿਰ ਗੁਰੂ ਸਾਹਿਬ ਜੀ ਕਹਿੰਦੇ ਨੇ ਹਾੜ ਦਾ ਮਹੀਨਾ ਅਸਾੜ ਦਾ ਜਿੰਨਾ ਮਰਜ਼ੀ ਤਪਦਾ ਹੋਵੇ ਪਰ ਉਹਨਾਂ ਨੂੰ ਸੁਹਾਵਣਾ ਲੱਗਦਾ ਹੈ। ਹੁਣ ਅਖੀਰ ਤੇ ਗੁਰੂ ਸਾਹਿਬ ਜੀ ਕਹਿੰਦੇ ਨੇ ਹਾੜ ਦਾ ਮਹੀਨਾ ਵੀ ਸੋਹਣਾ ਬਣ ਜਾਂਦਾ ਹੈ। ਅਸਾੜ ਸੁਹੰਦਾ ਤਿਸ ਲੱਗਾ। ਕਿਹਨਾਂ ਨੂੰ? ਜਿਨਸ ਮਨ ਹਰ ਚਰਨ ਨਿਵਾਸ। ਜਿਨ੍ਹਾਂ ਦੇ ਮਨ ਦੇ ਵਿੱਚ ਹਰੀ ਪਰਮਾਤਮਾ ਦੇ ਚਰਨਾਂ ਦਾ ਨਿਵਾਸ ਹੋ ਜੇ। ਔਰ ਅਖੀਰ ਤੇ ਗੁਰੂ ਸਾਹਿਬ ਨੇ ਕਿਰਪਾ ਕੀਤੀ ਕਿ ਉਹਨਾਂ ਦੇ ਜਿਨ੍ਹਾਂ ਦੇ ਹਿਰਦੇ ਵਿੱਚ ਗੁਰੂ ਦੇ ਨਾਮ ਦਾ ਨਿਵਾਸ ਹੋ ਗਿਆ, ਚਰਨਾਂ ਦਾ ਨਿਵਾਸ ਹੋ ਗਿਆ। ਅਸਾੜ ਦਾ ਮਹੀਨਾ ਵੀ ਸੋਹਣਾ ਲੱਗਦਾ ਹੈ। ਅੱਜ ਸਤਿਗੁਰੂ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਪ੍ਰਕਾਸ਼ ਦਿਹਾੜਾ ਹੈ। ਇੱਕ ਵਾਰੀ ਫਿਰ ਸਭ ਤੋਂ ਪਹਿਲੋਂ ਸਾਰੀਆਂ ਸੰਗਤਾਂ ਨੂੰ ਲੱਖ ਲੱਖ ਵਧਾਈਆਂ। ਔਰ ਸਤਿਗੁਰੂ ਦਾ ਪ੍ਰਕਾਸ਼ ਇਹ ਇਤਿਹਾਸ ਆਪ ਜੀ ਭਾਵੇਂ ਜਾਣਦੇ ਹੋ, ਕਿਉਂਕਿ ਸਤਿਗੁਰੂ ਦੀਆਂ ਕਥਾ ਕਹਾਣੀਆਂ ਨਿਤ ਨਵੀਆਂ ਨੇ। ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ, ਮਾਤਾ ਗੰਗਾ ਜੀ ਦਾ ਆਨੰਦ ਕਾਰਜ ਹੋਇਆ ਔਰ 8 ਸਾਲ ਤੱਕ ਘਰ ਦੇ ਵਿੱਚ ਕੋਈ ਸੰਤਾਨ ਨਹੀਂ। ਉਸ ਗੁਰੂ ਘਰ ਦੇ ਵਿੱਚ ਲੋਕ ਆਉਂਦੇ ਨੇ, ਆ ਕੇ ਗੁਰੂ ਸਾਹਿਬ ਤੋਂ ਦੁੱਧ ਦੀ ਦਾਤ ਮੰਗਦੇ ਨੇ, ਪੁੱਤ ਦੀ ਦਾਤ ਮੰਗਦੇ ਨੇ। ਉਸ ਘਰ ਵਿੱਚੋਂ ਝੋਲੀਆਂ ਭਰੀਆਂ ਜਾਂਦੀਆਂ ਨੇ। ਔਰ ਸਤਿਗੁਰੂ ਜੀ ਨੇ ਪਾਵਨ ਬਚਨ ਕਹੇ ਨੇ, ਮੰਗਣਾ ਤੇ ਆਪਣੇ ਗੁਰੂ ਤੋਂ ਹੈ ਨਾ, ਕਿ ਮਾਣ ਮੰਗੂ ਤਾਣ ਮੰਗੂ, ਧਨ ਲక్ష్ਮੀ ਸੁੱਤ ਦੇ। ਪੁੱਤਰ ਵੀ ਤੇ ਦੇਹ ਰੋਗਤਾ ਦੀ ਦਾਤ ਵੀ ਮੰਗਣੀ ਆਪਣੇ ਗੁਰੂ ਤੋਂ। ਸਿੱਖ ਮੰਗਦੇ ਨੇ, ਉਹਨਾਂ ਨੂੰ ਮਿਲਦੀਆਂ ਨੇ। ਪਰ ਮਾਤਾ ਗੰਗਾ ਜੀ ਨੇ ਨਾ ਤੇ ਕਦੇ ਮੰਗੀ,
और ना कदे गिला किया, ना किसी तरह का दुख से कि घर में औलाद क्यों नहीं। क्योंकि माता गंगा जी जानते सन, गुरु की बाणी पढ़ते नहीं, केवल उन्होंने अंदर भी वसी सी कि हुक्म है अंदर सब को, बाहर हुक्म ना कोई। जे रब परमेश्वर का हुक्म इस तरह का तो ठीक है, पर जदों कन्ना दे विच फिर कोई बोल वजे, कई बार जुड़े हुए भी अंदरों खिंड जाते हैं। 8 साल बाद माता गंगा जी दे जठानी बाबा प्रिथिया के घर वाली, उन्हें बोल मारिया सी, ताना मारिया सी कि इन्हां ने उतरे जाना, इन्हां दे घर किहड़ी औलाद है, ना होनी है। जे अज गुरता गद्दे सानू नहीं मिले, साडे पुत्तर कोल ही आउणा सारा कुछ। और ये गल दा अंदर शिकवा भी सी, अंदरों कुछ विराग भी आया। माता गंगा जी जो गुरु अर्जन देव जी के कोल जाते हैं, पानी पी के अपने आप को हौसला दे के जाते हैं कि जिताउणा नहीं। पर इवें दे गल जो फिर एक बारी आ जाए, चेहरे तो भी साफ लगता है कि कोई गल है। धन गुरु अर्जन देव जी कहते हैं, गंगा जी कोई परेशानी है कि अज चेहरा उतरिया होया, क्योंकि भावें माता गंगा जी कहते हैं कि कोई गल नहीं, पर क्योंकि गुरु साहब जी घट घट के अंतर की जानत, भले बुरे की पीर पिछाणत, भावें सब कुछ जानते हैं, पर फिर भी पुछते हैं कि कोई गल है, मुख तो कहो, बोलो। और उत्थे माता जी ने बेनती की सी कि सतगुरु जी दुनिया भर नूं तुसीं पुत्तर दी दात दिंदे, अज कृपा करो कि शरीका ने मेहना मारिया है, वो बोल सुने नहीं गए कि मैं चाहुंदी एक पुत मैनूं भी मिले। और धन गुरु अर्जन देव ने उदों कहा सी कि इस घर में सब कुछ है, क्योंकि गुरु साहब जी एवं थोड़ी कह गए, साचे साहिबा क्या नहीं, घर तेरा, घर तो तेरा, सब कुछ है। सतगुरु जी कहते हैं इस घर में सब कुछ है, पर उत्थे वडियाई बाबा बुढ़ा साहब को दी, क्योंकि गुरु साहब जी आप भी दे सकते सन, पर जी बाणी असल में गुरु साहब जी ने उस बाणी के उत्थे व्याख्या करके विखाई। जे बाणी दे विच गुरु साहब ने पावन बचन कहे कि गुरसिखा अंदर सतगुर वरतै, चुन कड्डे लद्दो वारे, कि सिखां दे अंदर गुरु आप वरतदा है। और भावना वाले सिखां दी सेवा करते इसे करके ने, जिन्हां नूं भरोसा है कि जे पंजा सिंघां नूं लंगर छकाया है, उन्हां तो अरदास बेनती करावांगे, भावना पूरी होएगी। और ये वडियाई गुरु साहब जी केवल कल्ली वडियाई ने, इस पंक्ति की व्याख्या भी करते सन कि जाओ उन्होंने प्रसादा लैके जाओ, उस घर विचों सब कुछ मिलेगा। और माता गंगा जी गए भी, और इतिहास कहता है कि 2 बारी गए। पहले बारे गए नाल बहुत सारियां दासियां सी, गोलियां सन, जिन्हां ने लंगर बनाया, तैयार किया, कई तरह के पकवान बनाए, किते खीर बनाई, किते कड़ा प्रसाद बनाया, किते होर मिष्टान प्रसाद बनाए, नमकीन बनाए। और जदों लैके पहुँचते ने बाबा बुढ़ा साहब जी के कोल, ते बाबा बुढ़ा जी कहते ने माता भुख नहीं। और माता गंगा जी फिर कहते ने हाथ जोड़ के, क्योंकि गुरु साहब ने भेजा सी कि थोड़ा जिहा छक लो। बाबा बुढ़ा साहब जी फिर कहते हैं कि माता भुख नहीं, तो जे भुख तो बिना छकीए तो वो छकिया होया रोग पैदा करता है। उत्थे बाबा बुढ़ा साहब जी ने यह नहीं कहा कि मैं प्रसादा छक लिया है, ये कहा कि भुख नहीं। और असल में इहदे विच बड़ी वड्डी रमज सी जिहड़ी सानू समझाउणी सी। माता गंगा जी ये नहीं गल कि गुरु दे वो महल ने, गुरु घर दे विच इन्नी उन्हां दी भावना है, ये तो भी जानते सन, पर गुरु साहब ने भाना ऐसा वरताया कि सानू भी समझ पवे कि जिथे भावना ना होवे, शरधा ना होवे, ते फिर उत्थे चंदोआ साहब भावें 70,000 का ला लो, तो भावें 7 लाख का ला दो, क्योंकि शरधा तो बिना तो गल नहीं ना बनती। समझाउणा तो यही सी कि जे शरधा ना होवे ते धक्का कीता होया वो रोग बन जाता हूमे का।
कि इन्ना महंगा चंदूआ लाया, इन्ना महंगा चौर सब दिता, इन्ना महंगा रुमाला चढ़ाया, मैं प्रशादा छकाया जी, 5 ਸਿੰਘਾਂ ਨੂੰ सूट दिते। ये असल में जे भावना वाली भुख ना होवे तो बाबा बुढ़ा साहब ने समझाया ये कि फिर रोग लगता है होमे का। एक तो बचन ये कहे और दूजा बचन इतिहास में उत्ते क्या है कि नाल जिहड़ा रथ चलाउण वाला सी वो भी सिख सी और उन्हें अपनी मत के मुताबिक बाबा बुढ़ा साहब को 2 बारी कह दिता। पहलों तो माता गंगा जी ने कहा, वो सिख कहता कि बाबा जी थोड़ा जी छक लो, एक बुरकी छक लो। तो बाबा जी ने पहलों तो कहा कि भाई भुख तो बिना मैं दस्या ना कि नहीं छकना चाहिए, और दूजी बारी फिर थोड़ा जिहा औखा भी बोल पिया। उन्होंने ये से जिवें दा सिख मैं उवें दा बाबा बुढ़ा साहब, क्योंकि बाबा बुढ़ा साहब उदों हो सकता कोई साहिब जी नाल बहुते ना लाउंदे होण। और कह भी दिता कि अपने अंदर उन्हें विचार भी की कि रिया तो वो जट बूट ही ना कि कितने गुरु के महल आप प्रशादा लैके आए ने, ये एक सिख है वो गुरु के महल ने, इनू सत्कार ही नहीं करना आया। और दूजी बार उन्हें फिर कह दिता कि बाबा जी छाक लो, माता जी भावना न लैके आए ने, एडी दूरों चल के आए ने, और दूरों ही थोड़ी नहीं सी, अमृतसर तो लैके बाबा बुढ़ा साहब के बेड़ आप जी जानते हो तकरीबन 16 कुछ मील का पिंड है। और बाबा बुढ़ा साहब जी उत्थे कहते हैं मोटी चमड़ी वाले चुप रहे, तेनू नहीं पता, तेनू बहुतियां भाजड़ा पईयां ने। और बाबा बुढ़ा साहब का बचन भी जिहड़ा सी फिर बाद विच सच होया। जदों वापस जाते हैं धन गुरु अर्जन देव जी कहते हैं कि प्रशादा लैके गए सो, माता गंगा जी कहते गए तो सौना छकिया नहीं। धन गुरु अर्जन देव जी भावें जानते हैं कहते हैं जे नहीं छकिया तो उन्होंने कोई बचन होर तो नहीं किया। तो माता जी कहते कि मैनू तो कोई बचन नहीं किया, पर नाल वाले ने बचन कहे ने कि मोटी चमड़ी वाले तेनों बड़ियां भाजड़ा पईयां ने। उत्थे गुरु साहब जी ने उस सिख नूं रथ चलाउण वाले नूं समझाया, कहते देखे बाबा बुढ़ा साहब जी गुरु का सिख है और आद सिख है। ये सिख वो है कि गुरसिखी भाणा मन्निया गुर पूरा पार लंघाए। ये सिख वो है कि गुरसिखां की हर धूड़ दे हम पापी बेगत पाए पाए। तेनों विच बोलना नहीं चाहिए, बाबा बुढ़ा साहब नूं इस तरह कहना नहीं सी चाहिए, क्योंकि वो सिख तो वो है कि प्रभ जी बसे साध की रसना नानक जन का दसन दसना। ये भावें अगे जाके खेड़ वापरी भी, क्योंकि समय के मुताबिक आप पर करन दे विच रहना है। और गुरु साहब ने बाद में चलो कृपा भी की। हुण माता गंगा जी नूं कहंदे ने कि गंगा जी इस तरह नहीं जाईदा, जे कुछ लैना होवे तो फिर इन्ने नाल रथ लैके इन्ने नौकर चाकर गोले गोलियां लैके नहीं जाईदा। माता गंगा जी के हाथ जुड़ गए कि सतगुर जी फिर कृपा करो, हुण तरीका तुसीं दसो किवें जाईदा है। और धन गुरु अर्जन देव जी ने इत्थे दस्सिया ते माता गंगा जी नूं समझाया सानूं सारिआं नूं। कहंदे उत्थे जाना है, देखो सब तो पहलों गुरु साहब ने पावन बचन कहे और इतिहास के बोल ने। कहंदे प्रथम इशनानो पुनकृत ठानो, अमृत वेले उठ के सब तो पहलो इशनान करो, फिर काम करना है, फिर किरत करनी है। कहंदे प्रथम इशनानो पुनकृत ठानो, अन्न सुधारो शुभ तिस काल। अन्न तैयार करो, वो अमृत वेले का समा जिहड़ा बड़ा शुभ है। और देखो ये अमृत वेला गुरु साहब ने सानू बख्शिया, भावें बचन बेनती कीते, उत्थे इतिहास के बोल ने। ये गुरु साहब जी ने माता नूं कहा कि अमृत वेले उठ के इशनान करना है। ये लंगर जिहड़ा बनाउणा 36 तरह का बनाउण की लोड़ नहीं, बहुत सारे दास दासियां नूं नाल लाउण की लोड़ नहीं, कि 5 को प्रशादियां का जिहड़ा आटा है गंगा जी आप अपने हत्थी रात नूं पी लिओ। और उत्ते कहंदे ने उस आटे विच जिथे कणक पाउणी थोड़े जिहे विच छोले पा लिओ। मिस्से प्रशादे बनाने ने, थोड़ा जिहा मोटा प्रशादा बनाओ।
ਉਹਦੇ 'ਚ ਘਿਓ ਚੰਗੀ ਤਰ੍ਹਾਂ ਪਾ ਲਿਓ, ਦੂਰ ਜਾਣਾ ਹੈ, ਜਾਂਦੇ ਤੱਕ ਸੁੱਕ ਵੀ ਨਾ ਜਾਏ। ਇਸ ਤੋਂ ਬਾਅਦ ਜਿਹੜਾ ਰਾਤ ਨੂੰ ਦੁੱਧ ਤੁਸੀਂ ਦਹੀਂ ਜਮਾ ਕੇ ਸੌਣਾ ਹੈ, ਉਸ ਦਹੀਂ ਨੂੰ ਰਿੜਕਿਓ, ਥੋੜ੍ਹਾ ਜਿਹਾ ਵਿੱਚ ਪਾਣੀ ਪਾਇਓ, ਸੰਘਣੀ ਲੱਸੀ ਬਣਾਇਓ, ਫਿਰ ਆਪਣੇ ਹੱਥੀਂ ਪ੍ਰਸ਼ਾਦੇ ਬਣਾ ਕੇ ਸਿਰ 'ਤੇ ਰੱਖ ਕੇ ਪੈਰਾਂ 'ਚ ਜੋੜਾ ਨਹੀਂ ਪਾਉਣਾ। ਔਰ ਕੰਮ ਸੌਖਾ ਨਹੀਂ, 16 ਮੀਲ ਜਾਣਾ, ਨੰਗੇ ਪੈਰੀ ਜਾਣਾ ਹੈ। ਨਾਲ ਕਿਸੇ ਨੂੰ ਬਹੁਤਿਆਂ ਨੂੰ ਲਿਜਾਣ ਦੀ ਲੋੜ ਨਹੀਂ। ਔਰ ਇਸ ਘਰ ਵਿੱਚੋਂ ਜੋ ਕੁਛ ਮੰਗੀਏ ਮਿਲਦਾ, ਪਰ ਉਵੇਂ ਦੀ ਅੰਦਰ ਦੀ ਭਾਵਨਾ ਬਣਾਉਣੀ ਪੈਂਦੀ ਹੈ। ਔਰ ਉੱਥੇ ਗੁਰੂ ਇਤਿਹਾਸ ਨੇ ਜਿਹੜੇ ਬੋਲ ਲਿਖੇ ਨੇ ਕਿ ਸਭ ਤੋਂ ਪਹਿਲੋਂ ਕਹਿੰਦੇ ਪ੍ਰਥਮ ਇਸ਼ਨਾਨੇ ਪੁੰਨਕ੍ਰਿਤ ਠਾਨੇ। ਫਿਰ ਕਹਿੰਦੇ ਨੇ ਉਹ ਜਿਹੜਾ ਸਮਾਂ ਬੜਾ ਸ਼ੁਭ ਹੈ, ਪੁੰਨ ਅੰਨ ਸੁਧਾਰੋ ਸ਼ੁਭ ਤਿਸ ਕਾਲ। ਫਿਰ ਕਹਿੰਦੇ ਨੇ ਅਰਧ ਚਣਕ ਕੋ ਗੋਤਮ ਮਿਲਾਵੋ, ਚਣਕ ਚਣੇ, ਅੱਧੇ ਕੁ ਛੋਲੇ ਤੇ ਅੱਧੇ ਕੁ ਕਣਕ ਪਾ ਕੇ ਉਹ ਆਪਣੇ ਹੱਥੀਂ ਆਟਾ ਜਿਹੜਾ ਪੀਸਣਾ ਹੈ। ਕਹਿੰਦੇ ਅਰਧ ਚਣਕ ਕੋ ਗੋਤਮ ਮਿਲਾਵੋ, ਆਪੇ ਪੀਸੋ ਲਿਹੋ ਪਕਾਏ। ਆਪ ਆਪਣੇ ਹੱਥੀਂ ਪੀਸਿਓ, ਉਹਨਾਂ ਨੂੰ ਪਕਾਇਓ, ਬਣਾਇਓ। ਪਰ ਕਹਿੰਦੇ ਨੇ ਤਦ ਮਥਿਐ ਥੋੜਾ ਜਲ ਪਾਵੋ, ਸੰਘਣੀ ਛਾਛ ਤਨਕ ਤੁਰਸ਼ਾਏ। ਸੰਘਣੀ ਲੱਸੀ ਨਾਲ ਲੈ ਜਾਓ। ਔਰ ਮਾਤਾ ਗੰਗਾ ਜੀ ਨੂੰ ਉਸੇ ਤਰ੍ਹਾਂ ਕੀਤਾ। ਉਧਰ ਬਾਬਾ ਬੁੱਢਾ ਸਾਹਿਬ ਜੀ ਸਮਾਂ ਜਿਹੜਾ ਪ੍ਰਸ਼ਾਦੇ ਦਾ ਸੀ, ਉਸ ਤੋਂ ਪਹਿਲੋਂ ਸੇਵਾਦਾਰ ਨੂੰ ਕਹਿੰਦੇ ਨੇ ਕਿ ਭਾਈ ਅੱਜ ਤੇ ਭੁੱਖ ਪਹਿਲੋਂ ਲੱਗੀ, ਬੜੀ ਭੁੱਖ ਲੱਗੀ ਹੈ। ਔਰ ਸੇਵਾਦਾਰ ਕਹਿੰਦਾ ਕਿ ਬਾਬਾ ਜੀ ਕੁਛ ਲਿਆਵਾਂ ਸ਼ਕਲ ਨਹੀਂ। ਤੇ ਬਾਬਾ ਜੀ ਕਹਿੰਦੇ ਨੇ ਗੁਰੂ ਘਰ ਵਿੱਚੋਂ ਆ ਰਿਹਾ ਹੈ। ਔਰ ਸੇਵਾਦਾਰ ਕੱਲ੍ਹ ਵੀ ਉੱਥੇ ਸੀ। ਬੜਾ ਹੈਰਾਨ ਕਿ ਕੱਲ੍ਹ ਮਾਤਾ ਗੰਗਾ ਜੀ ਆਪ ਲੈ ਕੇ ਆਏ, ਛਕਿਆ ਹੀ ਨਹੀਂ, ਨਾ ਲੱਸੀ ਛਕੀ, ਨਾ ਮੂੰਹ ਦੇ ਵਿੱਚ ਇੱਕ ਗਰਾਹੀ ਪਾਈ, ਬਸ ਇੱਕੋ ਗੱਲ ਕਹੀ ਕਿ ਭੁੱਖ ਹੀ ਨਹੀਂ। ਔਰ ਅੱਜ ਕਹਿੰਦੇ ਨੇ ਭੁੱਖ ਲੱਗੀ ਹੈ ਔਰ ਗੁਰੂ ਘਰ ਦੇ ਵਿੱਚੋਂ ਆ ਰਿਹਾ ਹੈ। ਔਰ ਜਦੋਂ ਮਾਤਾ ਗੰਗਾ ਜੀ ਉੱਥੇ ਪਹੁੰਚੇ, ਬਾਬਾ ਬੁੱਢਾ ਸਾਹਿਬ ਜੀ ਆਪ ਉੱਠ ਕੇ ਅੱਗੋਂ ਗਏ ਤੇ ਕਹਿੰਦੇ ਨੇ ਮਾਤਾ ਨੂੰ ਪਤਾ ਕਿ ਬੱਚੇ ਨੂੰ ਭੁੱਖ ਕਦੋਂ ਲੱਗਦੀ ਹੈ। ਬੜੀ ਭੁੱਖ ਲੱਗੀ ਸੀ। ਆਪ ਬਾਬਾ ਬੁੱਢਾ ਸਾਹਿਬ ਨੇ ਸਿਰ ਦੇ ਉੱਤੋਂ ਪ੍ਰਸ਼ਾਦੇ ਲਾਏ ਔਰ ਉੱਥੇ ਪੈਲੀ ਦੇ ਵਿੱਚ ਬੈਠ ਕੇ ਖਾਧੇ। ਪ੍ਰਸ਼ਾਦਾ ਜਦੋਂ ਛਕਦੇ ਨੇ, ਗੰਢੇ ਦੇ ਉੱਤੇ ਮਾਰਦੇ ਨੇ ਮੁੱਕੀ, ਤੇ ਨਾਲ ਬਚਨ ਕਹਿੰਦੇ ਨੇ ਕਿ ਮਾਂ ਇਵੇਂ ਦਾ ਸੂਰਬੀਰ ਯੋਧਾ ਲਾਲ ਪੈਦਾ ਹੋਵੇਗਾ, ਜਿਵੇਂ ਇਸ ਗੰਢੇ ਨੂੰ ਭੰਨਿਆ, ਇਵੇਂ ਦੁਸ਼ਮਣਾਂ ਦੇ ਸਿਰ ਭੰਨੇਗਾ। ਔਰ ਇਤਿਹਾਸ ਦੇ ਵਿੱਚ ਦੂਜੀ ਵਾਰੀ ਸੀ ਕਿ ਬਾਬਾ ਬੁੱਢਾ ਸਾਹਿਬ ਜੀ ਨੇ ਪਹਿਲੋਂ 10 ਮਹੀਨੇ ਪਹਿਲੋਂ ਨਾਮ ਵੀ ਰੱਖ ਦਿੱਤਾ ਕਿ ਨਾਮ ਵੀ ਹਰ ਗੋਬਿੰਦ ਹੋਵੇਗਾ। ਪੂਰੇ ਧੰਨ ਗੁਰੂ ਰਾਮਦਾਸ ਜੀ ਨੇ ਪਾਵਨ ਬਚਨ ਪਹਿਲੋਂ ਕੀਤੇ ਸਨ। ਜਦੋਂ ਭਾਈ ਆਦਮ ਜੀ ਆਏ ਸਨ, ਘਰ ਵਿੱਚ ਔਲਾਦ ਕੋਈ ਨਹੀਂ, ਤੇ ਧੰਨ ਗੁਰੂ ਰਾਮਦਾਸ ਜੀ ਕਹਿੰਦੇ ਨੇ ਗੁਰੂ ਕਿਰਪਾ ਨਾਲ ਹੋਏਗੀ, ਪਰ ਨਾਮ ਹੁੰਦਾ ਭਗਤੂ ਰੱਖੀ, ਬੜੀ ਭਗਤੀ ਕਰੇਗਾ। ਇੱਥੇ ਉੱਥੇ ਇਤਿਹਾਸਕਾਰਾਂ ਨੇ ਬੋਲ ਲਿਖੇ ਨੇ ਕਿ ਜਥਾ ਸੋ ਕੰਦਕ ਅਬ ਮੈਂ ਫੋਰੂ, ਜਿਵੇਂ ਇਹ ਕੰਧਾ, ਇਹ ਗੰਢੇ ਨੂੰ ਮੈਂ ਹੁਣ ਤੋੜਨ ਲੱਗਿਆ। ਕਹਿੰਦੇ ਜਥਾ ਸੋ ਕੰਦਕ ਅਬ ਮੈਂ ਫੋਰੂ, ਤਿਮ ਮੁਗਲਨ ਕੇ ਫੂਰੇ ਸੀਸ, ਮੇਰੇ ਪੇਰੇ ਜੁਗ ਧਾਰੈ, ਨਾਮ ਸੋ ਹਰ ਗੋਬਿੰਦ ਜਗਦੀਸ਼। ਨਾਮ ਵੀ ਦੱਸ ਦਿੱਤਾ ਤੇ ਮੇਰੇ ਪੇਰੇ ਤੇ 2 ਕਿਰਪਾਨਾਂ ਪਾਉਣਗੀਆਂ, ਬਚਨ ਪਹਿਲੂ ਕਰ ਦਿੱਤੇ। ਔਰ ਸਮਾਂ ਪਿਆ, ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਅੱਜ ਦੇ ਦਿਨ, ਇਹ ਕਹਿ ਲਈਏ ਕਿ 19 ਜੂਨ ਸੀ 1595, ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦਾ ਪ੍ਰਕਾਸ਼ ਹੋਇਆ। ਔਰ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਫਿਰ ਪਾਵਨ ਬੋਲ ਬਾਣੀ ਦੇ ਵਿੱਚ ਦਰਜ ਵੀ ਕੀਤੇ, ਉਚਾਰਨ ਕੀਤੇ ਕਿ ਸਤਿਗੁਰ ਸਾਚੇ ਦੀਆ ਭੇਜ, ਚਿਰ ਜੀਵਨ ਉਪਜਿਆ ਸੰਜੋਗ। ਉੱਥੇ ਕਹਿੰਦੇ ਨੇ ਪ੍ਰਭੂ ਨੇ ਕਿਰਪਾ ਕੀਤੀ, ਪਰਮੇਸ਼ਰ ਨੇ ਜੰਮਿਆ ਪੂਤ ਭਗਤ ਗੋਬਿੰਦ ਕਾ, ਮਾਤਾ ਕੇ ਮਨ ਬਹੁਤ ਵਿਕਾਸ। ਪਰਮੇਸ਼ਰ ਦੀ ਕਿਰਪਾ ਦੇ ਨਾਲ ਹੋਇਆ ਤੇ ਭਗਤ ਆਇਆ ਰੱਬ ਦਾ। ਸਤਿਗੁਰੂ ਸੱਚੇ ਪਰਮੇਸ਼ਰ ਨੇ ਭੇਜਿਆ ਹੈ। ਐਸੇ ਸਤਿਗੁਰੂ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਅੱਜ ਪ੍ਰਕਾਸ਼ ਦਿਹਾੜਾ ਉਹਨਾਂ ਦਾ ਸਿੱਖ ਸੰਗਤਾਂ ਮਨਾ ਰਹੀਆਂ ਨੇ। ਆਪ ਸੰਗਤਾਂ ਨੂੰ ਇੱਕ ਵਾਰੀ ਫਿਰ ਸਤਿਗੁਰੂ ਦੇ ਪ੍ਰਕਾਸ਼ ਦਿਹਾੜੇ ਦੀਆਂ ਲੱਖ ਲੱਖ ਵਧਾਈਆਂ।
ਸਮੇਂ ਦੀ ਸਮਾਪਤੀ ਹੈ। ਇਤਨੀ ਬੇਨਤੀ ਪ੍ਰਵਾਨ ਕਰਨੀਆਂ ਹੋਈਆਂ ਭੁੱਲਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।